ਸਤਿ ਸ਼੍ਰੀ ਅਕਾਲ। ਪੰਜਾਬ ਟੁਡੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਹਰ ਰੋਜ਼ ਦੀ ਤਰ੍ਹਾਂ ਅਸੀਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਹਾਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਖਰ ਚੱਲ ਕੀ ਰਿਹਾ ਹੈ, ਜਿਸ ਦੇ ਤਹਿਤ ਅਸੀਂ ਹਰ ਰੋਜ਼ ਇੱਕ ਡਿਬੇਟ ਦੇ ਤੌਰ ਤੇ ਨਵੇਂ ਮੁੱਦੇ ਚੱਕਦੇ ਹਾਂ ਤੇ ਨਵੇਂ ਮੁੱਦਿਆਂ ਦੇ ਤੌਰ ਤੇ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਹੜੇ ਮੁੱਦਿਆਂ ਦੇ ਤਹਿਤ ਸਰਕਾਰ ਕੀ ਕਾਰਗੁਜ਼ਾਰੀ ਕਰ ਰਹੀ ਹੈ, ਵਿਰੋਧੀ ਧਿਰਾਂ ਵੱਲੋਂ ਕਿਹੜਾ ਰੋਲ ਨਿਭਾਇਆ ਜਾ ਰਿਹਾ। ਤੇ ਅੱਜ ਦੇ ਜੇ ਸਾਡੇ ਮੁੱਦੇ ਰਹਿਣਗੇ ਉਹ ਰਹੇਗਾ ਇੱਕ ਤਾਂ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ, ਜਿਸ ਤੇ ਮਾਨ ਸਰਕਾਰ ਵੱਲੋਂ ਇੱਕ ਐਕਸ਼ਨ ਲਿੱਤਾ ਜਾ ਰਿਹਾ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਛੁਡਾ ਕੇ ਕਾਰਗੁਜ਼ਾਰੀ ਪੰਚਾਇਤਾਂ ਦੇ ਹੱਥ ਦਿੱਤੀ ਜਾਵੇ। ਤੇ ਦੂਜਾ ਸਾਡਾ ਮੁੱਦਾ ਰਹੇਗਾ ਬਿਜਲੀ ਨੂੰ ਲੈ ਕੇ, ਜਿਸ ਨੂੰ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੁੰਦੀ ਹੈ। ਮੀਟਿੰਗ ਤੋਂ ਬਾਅਦ ਜੋ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਬਿਜਲੀ ਕੁੰਡੀ ਨੂੰ ਲੈ ਕੇ ਲਿਆ ਜਾਂਦਾ ਹੈ, ਕਿਉਂਕਿ ਉਹਨਾਂ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ 300 ਯੂਨਿਟ ਹਰ ਮਹੀਨਾ ਹਰ ਪਰਿਵਾਰ ਨੂੰ ਦੇਣ ਦਾ, ਜਿਸ ਦੇ ਤਹਿਤ ਉਹਦੇ ਤੇ ਵੀ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਆਖਰ ਕਿੰਨੀ ਕੁ ਕੁੰਡੀ ਲੱਗ ਰਹੀ ਹੈ। ਜਿਸ ਦੇ ਤਹਿਤ ਸਾਡੇ ਨਾਲ ਵੱਖ-ਵੱਖ ਪਾਰਟੀਆਂ ਦੇ ਪੈਨਲਿਸਟ ਜੁੜੇ ਹੋਏ ਨੇ। ਸਰਬਜੀਤ ਸਿੰਘ ਝਿੰਜਰ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ, ਪ੍ਰਦੀਪ ਮਾਨ ਜੀ ਕਾਂਗਰਸ ਤੋਂ ਤੇ ਕੁਲਦੀਪ ਧਾਲੀਵਾਲ ਜੀ ਬੀਜੇਪੀ ਤੋਂ ਤੇ ਪੋਲੀਟੀਕਲ ਐਕਸਪਰਟ ਦਲਜੀਤ ਸਿੰਘ ਚੀਮਾ ਵੀ ਸਾਡੇ ਨਾਲ ਜੁੜੇ ਹੋਏ ਨੇ। ਸਾਰੇ ਪੈਨਲਿਸਟ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਪੰਜਾਬ ਟੁਡੇ ਦੇ ਵਿੱਚ। ਤੇ ਅਗਲੀ ਗੱਲ ਮੈਂ ਰੱਖਣ ਜਾ ਰਿਹਾ ਕਿ ਪੰਜਾਬ ਦੇ ਵਿੱਚ ਮਾਨ ਸਰਕਾਰ ਵੱਲੋਂ ਵੱਡਾ ਐਕਸ਼ਨ ਲਿੱਤਾ ਜਾ ਰਿਹਾ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ। ਹਰ ਰੋਜ਼ ਪੰਚਾਇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਿਤੇ ਨਾ ਕਿਤੇ ਐਕਸ਼ਨ ਦੇ ਵਿੱਚ ਦਿਖਾਈ ਦਿੰਦੇ ਨੇ। ਜਿਸ ਤਰ੍ਹਾਂ ਭਗਵੰਤ ਮਾਨ ਵੱਲੋਂ ਐਕਸ਼ਨ ਦੀ ਤਾਰੀਖ ਦਿੱਤੀ ਗਈ ਹੈ 31 ਮਈ ਕਿ 31 ਮਈ ਤੱਕ ਜਿਨ੍ਹਾਂ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕੀਤਾ ਗਿਆ ਹੈ ਉਹਨਾਂ ਨੂੰ ਜਾਂ ਤਾਂ ਛੱਡਿਆ ਜਾਵੇ ਜਾਂ ਫਿਰ ਪਰਚੀਆਂ ਤੇ ਖਰਚਿਆਂ ਦੇ ਲਈ ਤਿਆਰ ਰਿਹਾ ਜਾਵੇ। ਜਿਸ ਦੇ ਤਹਿਤ ਪੰਜਾਬ ਦੀ ਜੇ ਜ਼ਮੀਨ ਦੀ ਗੱਲ ਕੀਤੀ ਜਾਵੇ ਲਗਭਗ 8 ਲੱਖ ਏਕੜ ਤੇ ਨਜਾਇਜ਼ ਕਬਜ਼ਾ ਹੈ, ਚਾਹੇ ਉਹ ਪੰਚਾਇਤੀ ਜ਼ਮੀਨ ਪਿੰਡਾਂ ਦੀ ਹੋਵੇ ਜਾਂ ਫਿਰ ਕਸਬਿਆਂ ਦੇ ਨਾਲ ਸ਼ਹਿਰਾਂ ਦੇ ਨਾਲ ਲੱਗਦੀ ਹੋਵੇ। ਤੇ ਸਭ ਤੋਂ ਵੱਡੀ ਰਿਪੋਰਟ ਜੋ ਅਸੀਂ ਸਾਹਮਣੇ ਅੱਜ ਰੱਖਣ ਜਾ ਰਹੇ ਹਾਂ ਉਹ ਰੱਖਣ ਜਾ ਰਹੇ ਹਾਂ ਮੋਹਾਲੀ ਦੇ ਨਾਲ। ਮੋਹਾਲੀ ਦੇ 15 ਪਿੰਡ ਅਜਿਹੇ ਨੇ ਜਿਨ੍ਹਾਂ ਦੇ ਵਿੱਚ 2585 ਏਕੜ ਚੋਂ 2435 ਏਕੜ ਤੇ ਕਬਜ਼ਾ ਹੈ, ਨਜਾਇਜ਼ ਕਬਜ਼ਾ। ਤੇ ਇਹ ਵੀ ਨਜਾਇਜ਼ ਕਬਜ਼ਾ ਵੱਡੇ ਰਸੂਖ ਵੰਨਾਂ ਦਾ ਹੈ, ਜਿਸ ਦੇ ਤਹਿਤ ਪੰਜਾਬ ਦੇ ਸਿਰ ਜੋ ਕਰਜ਼ਾ ਚੜਿਆ ਹੋਇਆ ਉਹ 3 ਲੱਖ ਤੇ ਕਰੋੜ ਦੇ ਲਗਭਗ ਹੈ। ਤੇ ਇਸ ਜ਼ਮੀਨ ਦੀ ਜੋ ਕਲੈਕਟਰ ਵੈਲਿਊ ਬਣਦੀ ਹੈ ਉਹ ਵੀ ਲਗਭਗ 3 ਤੋਂ ਜ਼ਿਆਦਾ ਲੱਖ ਕਰੋੜ ਬਣਦੀ ਹੈ। ਤੇ ਪੰਜਾਬ ਸਰਕਾਰ ਇਸ ਜ਼ਮੀਨ ਦੇ ਤਹਿਤ ਹੀ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰ ਸਕਦੀ ਹੈ। ਤੇ ਸਭ ਤੋਂ ਪਹਿਲਾਂ ਮੈਂ ਸਰਬਜੀਤ ਜੀ ਕੋਲ ਜਾਵਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਆਖਰ ਇਹਨਾਂ ਜ਼ਮੀਨਾਂ ਤੇ ਕੀ ਕੁਝ ਕੀਤਾ ਗਿਆ ਤੇ ਜੋ ਹੁਣ ਮਾਨ ਸਰਕਾਰ ਐਕਸ਼ਨ ਕਰਨ ਜਾ ਰਹੀ ਹੈ ਉਸ ਤੇ ਤੁਹਾਡਾ ਕੀ ਰਿਐਕਸ਼ਨ ਹੈ, ਕੀ ਪ੍ਰਤੀਕਿਰਿਆ ਦੇ ਰਹੇ ਹੋ ਉਸ 'ਚ? ਦੇਖੋ ਚੰਨੀ ਸਾਹਿਬ, ਜਿਸ ਦਿਨ ਮਾਨ ਸਰਕਾਰ ਨੇ ਸ਼ੁਰੂ ਕੀਤਾ ਸੀ ਨਾ ਕੰਮ ਵੀ ਕਿ ਅਸੀਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਦੱਬੀਆਂ ਹੋਈਆਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਛੁਡਾ ਕੇ ਪੰਚਾਇਤਾਂ ਨੂੰ ਦੇਵਾਂਗੇ, ਅਸੀਂ ਇਸ ਕੰਮ ਦੀ ਸ਼ਲਾਘਾ ਕੀਤੀ ਸੀ। ਕਰਦੇ ਵੀ ਹਾਂ ਕਿ ਜੇ ਐਦਾਂ ਹੀ ਹੁੰਦਾ ਪਰ ਅਸੀਂ ਉਹਦੀ ਸਰਕਾਰ ਦੀ ਪਿੱਠ ਥਾਪੜਾਂਗੇ ਜੀ। ਪਰ ਜਿਹੜੇ ਆંકੜੇ ਸਾਹਮਣੇ ਆ ਰਹੇ ਨੇ ਉਹ ਥੋੜੇ ਜਿਹੇ ਹਲੇ ਬਾਹਲੇ ਠੀਕ ਨਹੀਂ ਆ ਰਹੇ। ਕੱਲ ਹੀ ਮੈਂ ਤੁਹਾਨੂੰ ਕੱਲ ਦੀ ਇੱਕ ਉਦਾਹਰਨ ਦੱਸਦਾ। ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ 417 ਏਕੜ ਦੇ ਕਰੀਬ, ਬੜਾ ਅੱਜ ਮੀਡੀਆ ਦੇ ਵਿੱਚ ਵੀ ਛਾਇਆ ਹੋਇਆ ਮੁੱਦਾ ਕਿ 417 ਏਕੜ ਲੋਕਾਂ ਨੇ ਆਪ ਛੱਡਤੀ ਤੇ ਪੰਚਾਇਤ ਨੂੰ ਦੇ ਦਿੱਤੀ। ਜਦੋਂ ਕਿ ਥੋੜਾ ਜਿਹਾ ਅਸੀਂ ਤਹਿ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਬਜ਼ਾ ਇੱਕ ਸਿਰਫ ਡਰਾਮਾ ਦਿਖਾਇਆ ਗਿਆ। ਕਬਜ਼ਾ ਗਏ 2-4 ਟਰੈਕਟਰ ਘਮਾਏ, ਮਸ਼ੀਨਾਂ ਘਮਾਈਆਂ, ਜਦੋਂ ਕਿ 2-2000 ਰੁਪਇਆ ਭਰਾ ਕੇ ਉਹ ਜ਼ਮੀਨਾਂ ਜਿਹੜੇ ਕਿਸਾਨ ਵਾਹੁੰਦੇ ਸੀ ਉਹਨਾਂ ਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਦੇ ਦਿੱਤੀਆਂ ਗਈਆਂ। ਸੋ ਕਹਿਣ ਦਾ ਮਤਲਬ ਕਿ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂੜ ਜਿਹੜੀ ਹੈ ਉਹ ਪਾਉਣ ਦਾ ਇਹ ਮੁੱਦਾ ਸਾਹਮਣੇ ਆਇਆ। ਹਾਲਾਂਕਿ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਕਿ ਦੇਖੋ ਕਿੱਡਾ ਉਪਰਾਲਾ ਹੈ, ਤੁਸੀਂ ਵੀ ਦੇਖ ਕੇ ਛੱਡੋ, ਉਹਨੂੰ ਉਦਾਹਰਨ ਵਜੋਂ ਪੇਸ਼ ਕੀਤਾ ਜਾ ਰਿਹਾ ਪੂਰੇ ਪੰਜਾਬ ਦੇ। ਪਰ ਜਦੋਂ ਥੋੜਾ ਜਿਹਾ ਤਹਿ ਤੱਕ ਗਿਆ, ਮੈਂ ਇਹਦੀ ਪੂਰੀ ਡਿਟੇਲ ਵੀ ਜਲਦੀ ਥੋੜੇ ਦਿਨਾਂ ਦੇ ਵਿੱਚ ਸਾਹਮਣੇ ਰੱਖੂੰਗਾ ਸਾਰੀ ਮੀਡੀਆ ਦੇ ਵੀ। ਉਹ ਜਿਹੜੇ ਕਿੱਲੇ ਨੇ ਉਹ ਇੱਕ ਸਿਰਫ ਮੀਡੀਆ ਵਿੱਚ ਦਿਖਾਏ ਗਏ, ਜਦੋਂ ਕਿ ਜਿਹੜੇ ਲੋਕ ਵਾਹੁੰਦੇ ਸੀ ਉਹਨਾਂ ਲੋਕਾਂ ਨੂੰ ਹੀ ਦੁਬਾਰਾ ਕਬਜ਼ੇ ਕਰਾ ਕੇ 2-2000 ਰੁਪਇਆ ਭਰਾ ਕੇ ਉਹਨਾਂ ਨੂੰ ਇਹ ਬੋਲੀ ਤੇ ਦੇ ਦਿੱਤੇ ਗਏ। ਸੋ ਇਹ ਸਿਰਫ ਦਿਖਾਇਆ ਕੁਛ ਹੋਰ ਜਾ ਰਿਹਾ। 1-2 ਘਟਨਾਵਾਂ ਇਹੋ ਜਿਹੀਆਂ ਵੀ ਵਾਪਰੀਆਂ ਨੇ ਕਿ ਕਿਸੇ ਇੱਕ ਬੰਦੇ ਨੂੰ ਕਬਜ਼ਾ ਕਰਵਾ ਰਹੀ ਹੈ ਗੌਰਮੈਂਟ ਤੇ ਬਾਕੀਆਂ ਨੂੰ ਫਾਰਗ ਕਰ ਰਹੀ ਹੈ। ਇਹਦਾ ਅਸਲ ਮੂਲ ਇਹ ਹੈ ਵੀ ਛੁਡਾ ਕੇ ਪੰਚਾਇਤ ਨੂੰ ਦਿੱਤੇ ਜਾਣ ਤੇ ਖੁੱਲੇ ਰੂਪ ਦੇ ਵਿੱਚ ਬੋਲੀ ਹੋਵੇ। 60-60 ਹਜ਼ਾਰ ਰੁਪਇਆ, 50-50, 60-60 ਹਜ਼ਾਰ ਰੁਪਇਆ ਏਕੜ ਦਾ ਜਿਹੜਾ ਠੇਕਾ ਉਹ ਜ਼ਮੀਨ ਦਾ ਹੋਇਆ ਪਿਆ ਤੇ ਜੇ 2000 ਨੂੰ ਸਰਕਾਰ ਆਪਣੇ ਚਹੇਤਿਆਂ ਨੂੰ ਦੇ ਰਹੀ ਹੈ, ਫਿਰ ਇਹਦੇ ਪਿੱਛੇ ਸੋਚਣ ਵਾਲੀ ਤਾਂ ਗੱਲ ਇਹੀ ਹੈ ਨਾ ਕਿ ਸਰਕਾਰ ਦੀ ਮਨਸ਼ਾ ਕੀ ਹੈ, ਉਹ ਕੀ ਕਰਨਾ ਚਾਹੁੰਦੀ ਹੈ। ਸੋ ਕੁੱਲ ਮਿਲਾ ਕੇ ਜਿੰਨੇ ਵੀ, ਚਾਹੇ ਬਿਜਲੀ ਦਾ ਮੁੱਦਾ, ਚਾਹੇ ਇਹ ਪੰਚਾਇਤੀ ਜ਼ਮੀਨਾਂ ਦਾ ਮੁੱਦਾ, ਹਰ ਮੁੱਦੇ ਦੇ ਵਿੱਚ ਜਿਹੜੀ ਸਰਕਾਰ ਆ ਉਹ ਲੋਕਾਂ ਨੂੰ ਗੁੰਮਰਾਹ ਤੇ ਭੁਲੇਖਾ ਪਾ ਰਹੀ ਹੈ ਜੀ। ਤੇ ਪ੍ਰਦੀਪ ਮਾਨ ਜੀ, ਮੈਂ ਕਾਂਗਰਸ ਵੱਲ ਜਾ ਰਿਹਾ। ਬੀਤੀ ਸਰਕਾਰ ਤੁਹਾਡੀ ਸੀ, 2 ਮੁੱਖ ਮੰਤਰੀ ਰਹੇ ਨੇ ਤੁਹਾਡੇ, ਕੈਪਟਨ ਅਮਰਿੰਦਰ ਸਿੰਘ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੱਦੀ ਤੋਂ ਲਾਉਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਂਦਾ ਹੈ।
ਆਖਰ ਸਰਕਾਰਾਂ ਦਾ ਜੋ ਮੇਨ ਮੁੱਦਾ ਹੁੰਦਾ ਹੈ, ਕਿਸੇ ਵੀ ਤਰ੍ਹਾਂ ਦੀ ਜੋ ਪੰਚਾਇਤੀ ਜ਼ਮੀਨਾਂ ਨੇ ਉਹ ਸਰਕਾਰ ਦੀਆਂ ਨੇ, ਨਜਾਇਜ਼ ਕਬਜ਼ੇ ਕਿਉਂ ਹੋਏ, ਉਹਨਾਂ ਤੇ ਤੁਹਾਡੇ ਵੱਲੋਂ ਕੀ ਐਕਸ਼ਨ ਲਿੱਤਾ ਗਿਆ, ਤੇ ਹੁਣ ਜੋ ਮਾਨ ਸਰਕਾਰ ਕਰਨ ਜਾ ਰਹੀ ਹੈ ਉਹਦੇ ਤੇ ਕੀ ਮੁੱਦਾ ਰੱਖ ਰਹੇ ਹੋ ਤੁਸੀਂ, ਕੀ ਫੈਕਟਸ ਰੱਖ ਰਹੇ ਹੋ ਕਿ ਮਾਨ ਸਰਕਾਰ ਦੀ ਸ਼ਲਾਘਾ ਕਰਦੇ ਹੋ ਜਾਂ ਕਿਤੇ ਨਾ ਕਿਤੇ ਕੋਈ ਸਵਾਲ ਉੱਠਦਾ ਹੈ? ਚਰਨਜੀਤ ਸਿੰਘ ਚੰਨੀ ਜੀ, ਜਿਹੜੀ ਆਪ ਸਰਕਾਰ ਪੰਚਾਇਤੀ ਜ਼ਮੀਨਾਂ ਛਡਾ ਰਹੀ ਹੈ, ਇਸ ਸਟੈਪ ਦੀ ਅਸੀਂ ਸ਼ਲਾਘਾ ਕਰਦੇ ਹਾਂ। ਪਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਹੈ ਕਿ ਜਿਹੜੀਆਂ ਜ਼ਮੀਨਾਂ ਨੇ, ਕਿ ਜ਼ਮੀਨਾਂ ਨੂੰ ਜਿਹੜੀ ਆ ਮਹਿਕਮਾ ਜਿੱਤਿਆ ਹੋਇਆ ਕੋਰਟ ਤੋਂ, ਉਹਨਾਂ ਦੇ ਕਬਜ਼ੇ ਉਹਨਾਂ ਤੋਂ ਲਏ ਜਾ ਰਹੇ ਨੇ। ਠੀਕ ਹੈ ਜੀ, ਪੰਚਾਇਤੀ ਦੀ ਜ਼ਮੀਨ ਆ ਉਹ ਤਾਂ ਬਹੁਤ ਹੈ, ਉਹਨਾਂ ਜ਼ਮੀਨਾਂ ਤੇ ਕਈਆਂ ਦੀ ਬੋਲੀ ਹੁੰਦੀ ਹੈ, ਸਭ ਨੂੰ ਪਤਾ ਹੈ ਕਿ ਠੀਕ ਹੈ ਜੀ, ਆਪਣਾ ਪਿੰਡਾਂ ਦੇ ਵਿੱਚ ਜਦੋਂ ਆਪਣੀ ਪਿੰਡਾਂ ਦੇ ਵਿੱਚ ਬੋਲੀ ਹੁੰਦੀ ਹੈ ਪੰਚਾਇਤੀ ਜ਼ਮੀਨ ਦੀ, ਅੱਜ ਇੱਕ ਸ਼ਾਮਲਾਟ ਦੀ 5 ਮੈਂਬਰੀ ਕਮੇਟੀ ਵੀ ਇਹਨਾਂ ਨੇ ਬਣਾਈ ਹੈ, ਉਹਦੀ ਬੋਲੀ ਦੇ ਨਾਲ ਕੀ ਹੁੰਦਾ ਹੈ, 30% ਚਰਨਜੀਤ ਜੀ ਉਹ ਹੁੰਦਾ ਹੈ ਕਿ ਡਿਪਾਰਟਮੈਂਟ ਲੈ ਜਾਂਦਾ, ਉਹਦੇ ਵਿੱਚ BDPO ਹੋਵੇ, ਸੈਕਟਰੀ ਹੋਵੇ, ਤਨਖਾਹ ਹੁੰਦੀਆਂ ਨੇ, 70% ਪੈਸਾ ਉਹਦਾ ਡਿਵੈਲਪਮੈਂਟ ਦਾ ਪਿੰਡਾਂ 'ਚ ਖਰਚਿਆ ਜਾਂਦਾ। ਤਾਂ ਸਾਡੀ ਜਦੋਂ ਸਰਕਾਰ ਸੀ, ਅਸੀਂ ਆਪਣੀ ਸਰਕਾਰ ਦੇ ਵਿੱਚ ਗਰੀਬਾਂ ਨੂੰ ਦੇਖਦੇ ਹੋਏ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ 5-5 ਮਰਲੇ ਦੇ ਪਲਾਟ ਦਿੱਤੇ ਸੀ ਤਾਂ ਕਿ ਉਹ ਆਪਣਾ ਘਰ ਬਣਾ ਕੇ ਰਹਿ ਵੀ ਸਕਣ। ਬੜੇ ਦੁੱਖ ਦੀ ਗੱਲ ਆ, ਜੇ ਵੀ ਗੱਲ ਸੁਣਨ ਚ ਆਈ ਹੈ ਕਿ ਉਹ ਜਿਹੜੇ ਲੋਕ ਘਰ ਬਣਾ ਰਹੇ ਸੀ, ਸਰਕਾਰ ਨੂੰ ਬਣਾਉਣ ਤੋਂ ਵੀ ਰੋਕ ਰਹੀ ਹੈ। ਘਰ ਬਣਾ ਜਿਹੜੀ ਉਹ ਪੰਚਾਇਤੀ 2-2 ਮਰਲੇ ਦੇ ਪਲਾਟ ਦਿੱਤੇ ਸਰਕਾਰ ਨੇ, ਉਹਨਾਂ ਦੇ ਘਰ ਬਣਾਉਣ ਤੋਂ ਰੋਕ ਲਾਈ ਜਾ ਰਹੀ ਹੈ। ਇਹਦੇ ਵਿੱਚ ਪੰਚਾਇਤੀ ਮਹਿਕਮੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਮਨਰੇਗਾ ਵੀ ਆਉਂਦਾ ਹੈ, ਇਹਦੇ ਵਿੱਚ ਮਨਰੇਗਾ ਦੇ ਤਹਿਤ ਕੰਮ ਵੀ ਦਿੰਦਾ। ਇਹਦੇ ਨਾਲ ਕੀ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ, ਬਦਲਾਵ ਦੀ ਗੱਲ ਕੀਤੀ ਸੀ। ਠੀਕ ਹੈ, ਜਿਹੜੇ ਜਿਨ੍ਹਾਂ ਕੋਲੇ ਕਬਜ਼ੇ ਦੇ ਵਿੱਚ ਇਹਨਾਂ ਨੇ ਜ਼ਮੀਨ ਦੱਬੀ ਹੋਈ ਉਹਨਾਂ ਤੋਂ ਛੁਡਾਉਣਾ ਜਾਇਜ਼ ਗੱਲ ਆ, ਪਰ ਕੁਝ ਲੋਕ ਜਿਹੜੇ ਕੰਮ ਕਰ ਰਹੇ ਸੀ, ਕਿਸਾਨ ਵੀਰ, ਕਿਸਾਨ ਜਿਹੜੇ 2-2 ਕਿੱਲੇ ਲੈ ਕੇ ਢਿੱਡ ਕਰ ਰਹੇ ਸੀ, ਢਿੱਡ ਤੇ ਲੱਤ ਨਾ ਮਾਰੋ, ਇਹ ਬਹੁਤ ਦੀ ਗੱਲ ਆ। ਤੇ ਮੈਂ ਤਾਂ ਇਸ ਸਟੈਪ ਦੀ ਸ਼ਲਾਘਾ ਕਰਦਾ ਆ, ਪਰ ਨਾਲ ਜਿਹੜੀਆਂ ਚੀਜ਼ਾਂ ਹੋਰ ਨੇ ਜੁੜੀਆਂ ਹੋਈਆਂ ਨੇ, ਜਿਹੜੇ ਲੋਕ ਇਹਦੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਵੀ ਖਿਆਲ ਰੱਖਿਆ ਜਾਏ ਜੀ। ਤੇ ਅਗਲੇ ਪੈਨਲਿਸਟ ਮੈਂ ਕੁਲਦੀਪ ਧਾਲੀਵਾਲ ਜੀ ਕੋਲ ਜਾਵਾਂਗਾ। ਧਾਲੀਵਾਲ ਸਾਹਿਬ, ਆਖਰ ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ BJP ਦੀ ਆਪਣੀ ਸਾਂਝੀ ਸਰਕਾਰ ਸੀ ਪੰਜਾਬ ਦੇ ਵਿੱਚ, ਤੇ ਤੁਸੀਂ ਕਿਵੇਂ ਵੇਖਦੇ ਹੋ ਹੁਣ ਮਾਨ ਸਰਕਾਰ ਵੱਲੋਂ ਐਕਸ਼ਨ ਲਿੱਤੇ ਜਾ ਰਹੇ ਨੇ, ਤੇ ਕਿਵੇਂ ਵੇਖਦੇ ਹੋ ਕਿ ਕੋਈ ਸਵਾਲ ਖੜਾ ਹੁੰਦਾ ਹੈ ਜਾਂ ਜੋ ਕੰਮ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਹ ਤੁਹਾਡੇ ਵੱਲੋਂ ਅਧੂਰਾ ਰਹਿ ਚੁੱਕਾ ਹੈ? ਨਹੀਂ, ਗੱਲ ਅਧੂਰੇ ਦੀ ਨਹੀਂ ਜੀ। ਮੈਂ ਪਹਿਲਾਂ ਤਾਂ ਇਸ ਕੰਮ ਦੀ ਸ਼ਲਾਘਾ ਕਰਦਾ ਕਿਉਂਕਿ ਬਹੁਤ ਵੱਡਾ ਕੰਮ ਹੈ। ਬਹੁਤ ਸਾਰੇ ਰਸੂਖਦਾਰਾਂ ਨੇ, ਰਾਜਨੀਤਿਕ ਬੰਦਿਆਂ ਨੇ, ਹੋ ਸਕਦਾ ਕੋਈ ਸਾਡੀ ਪਾਰਟੀ ਦੇ ਵੀ ਹੋਣ। ਮੈਂ ਪਹਿਲਾਂ ਆਪਦੀ ਵੀ ਗੱਲ ਲੈਣਾ, ਮੈਂ ਅਕਾਲੀ ਦਲ ਤੇ ਜਾਂਦਾ ਹੀ ਨਹੀਂ ਜਾਂ ਕਾਂਗਰਸ ਤੇ ਜਾਂਦਾ ਹੀ ਨਹੀਂ, ਕਿਉਂਕਿ ਇਹ ਹਰ ਇੱਕ ਬੰਦੇ ਨੇ ਆਪਦਾ ਨਾ ਮਾਲਕੀ ਬਣਾ ਲਈ ਸੀ ਵੀ ਜੇ ਪੰਚਾਇਤੀ ਜ਼ਮੀਨ ਆ ਗਈ ਤਾਂ ਇਹ ਮੇਰੇ ਕੋਲ ਹੀ ਰਹਿਣੀ ਚਾਹੀਦੀ ਹੈ ਅਗਲੇ ਸਾਲਾਂ ਦੇ ਤਹਿਤ। ਕਿਉਂਕਿ ਪਾਲਿਸੀ ਜਿਹੜੀ ਹੈ ਕੋਈ ਡਰਾ ਨਹੀਂ ਕਰ ਸਕੀਆਂ ਪਿਛਲੀਆਂ ਸਰਕਾਰਾਂ ਵੀ, ਤੇ ਹੁਣ ਵੀ ਇਹੀ ਗੱਲ ਹੈ। ਹੁਣ ਦੀ ਜਿਹੜੀ ਗੱਲ ਹੈ, ਮੈਂ ਪਹਿਲਾਂ ਵੀ ਪੈਨਲ ਤੇ ਰੱਖੀ, ਅੱਜ ਕੋਈ ਆਮ ਆਦਮੀ ਪਾਰਟੀ ਦਾ ਕੋਈ ਬੁਲਾਰਾ ਨਹੀਂ ਹੈ। ਬਿਨਾਂ ਕਿਸੇ ਪਾਲਿਸੀ ਤੋਂ ਜ਼ਮੀਨਾਂ ਛਡਾਈਆਂ ਜਾ ਰਹੀਆਂ, ਛਡਾ ਕੇ ਦਿੱਤੀਆਂ ਕਿਹਨੂੰ ਜਾ ਰਹੀਆਂ ਜੀ, ਇਹ ਵੇਖਣ ਦੀ ਵਕਤ ਦੀ, ਉਹਦਾ ਇਹਨਾਂ ਦੇ ਬੰਦੇ ਨੇ ਲੈ ਲੈਣੀਆਂ। ਤਾਂ ਇਹਦੇ ਨਾਲ ਕੁਝ ਨਹੀਂ ਹੋਣਾ। ਸਰਕਾਰ ਇੱਕ ਪਾਲਿਸੀ ਨਾਲ ਆਵੇ, ਸਰਕਾਰ ਕਵੇ ਆ ਸਾਡੀ ਪਾਲਿਸੀ। ਔਰ ਮੈਂ ਤਾਂ ਇਹ ਵੀ ਸੁਝਾਅ ਵੀ ਦਿੱਤਾ ਸੀ, ਕੱਲ ਕੰਗ ਸਾਹਿਬ ਸੀਗੇ, ਕਿ ਇਹ ਪੰਚਾਇਤੀ ਜ਼ਮੀਨਾਂ ਨੂੰ ਡਿਵਰਸੀਫਿਕੇਸ਼ਨ ਦਾ ਮਾਡਲ ਬਣਾ ਦਿਓ ਪੰਜਾਬ ਦੇ ਵਿੱਚ, ਔਰ ਪਿੰਡਾਂ ਦੇ ਯੂਥ ਕਲੱਬਾਂ ਨੂੰ ਦੇ ਦਿਓ। ਜਿਹੜੇ ਯੂਥ ਕਲੱਬ ਹੈ, ਨਵੇਂ ਮੁੰਡੇ ਆ, ਉਹ ਉੱਥੇ ਉਹ ਨਾ ਤਾਂ ਝੋਨਾ ਬੀਜਣ ਨਾ ਕਣਕ ਬੀਜਣ, ਇਹ ਬੈਨ ਲਾ ਦਿਓ। ਡਿਵਰਸੀਫਾਈਡ ਫਸਲ ਬੀਜਣੀ ਪਵੇ, ਸਰਕਾਰ ਚੱਕੂਗੀ, ਉਹਨੂੰ ਪੈਕ ਕਰਕੇ ਲੈ ਕੇ ਜਾਓ, ਉੱਥੇ ਕੋਆਪਰੇਟਿਵ ਬਣੇ, ਔਰ ਇਹ ਇਸੇ ਕੰਮ ਲਈ ਜ਼ਮੀਨਾਂ ਵਰਤੀਆਂ ਜਾਣਗੀਆਂ, ਦੂਜੇ ਕੰਮ ਲਈ ਹੋਣਗੀਆਂ ਹੀ ਨਹੀਂ। ਤਾਂ ਜਦੋਂ ਸਰਕਾਰ ਆਪਦੀਆਂ ਜ਼ਮੀਨਾਂ ਤੋਂ ਡਿਵਰਸੀਫਿਕੇਸ਼ਨ ਦਾ ਸੁਨੇਹਾ ਦੇਊਗੀ ਤਾਂ ਦੂਜੇ ਲੋਕਾਂ ਨੇ ਸਹਿਜੇ ਹੀ ਉਹਨੂੰ ਅਪਣਾ ਲੈਣਾ। ਇਹ ਇਸ ਪਾਸੇ ਨੂੰ ਪਾਲਿਸੀ ਦੇ ਤਹਿਤ ਜੇ ਸਰਕਾਰ ਆਵੇ ਤਾਂ ਚੰਗੀ ਗੱਲ ਹੈ, ਪਹਿਲੀ ਗੱਲ। ਦੂਜੀ ਗੱਲ ਜਿਹੜੀ ਹੈਗੀ ਹੈ, ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੀ ਮਨਸ਼ਾ ਤੇ ਬੜਾ ਸਵਾਲ ਖੜਾ ਹੁੰਦਾ ਹੈ। ਇੱਕ ਪਾਸੇ ਤਾਂ ਇਹ ਗੱਲ ਕਰਦੇ ਆ ਪੰਜਾਬ ਦੇ ਵਿੱਚ ਕਿ ਅਸੀਂ ਜਿਹੜਾ ਕਾਨੂੰਨਨ ਨਜਾਇਜ਼ ਕਬਜ਼ੇ ਆ ਛਡਾਉਣੇ ਆ, ਅਸੀਂ ਰੇਹੜੀਆਂ ਦੇ ਵੀ ਛਡਾ ਲੈਣੇ ਆ, ਅਸੀਂ ਪਈਆਂ ਦੇ ਵੀ ਛਡਾ ਲੈਣੇ ਆ ਜਿਨ੍ਹਾਂ ਨੇ ਨਜਾਇਜ਼। ਲੋਕ ਸਲਾਹ ਵੀ ਰਹੇ ਆ, ਲੋਕ ਕਹਿੰਦੇ ਯਾਰ ਜੇ ਕਿਸੇ ਨੇ ਗੈਰ ਕਾਨੂੰਨੀ ਕੀਤਾ ਤਾਂ ਯਾਰ ਸਰਕਾਰ ਦੀ ਚੀਜ਼ ਤਾਂ ਸਰਕਾਰ ਨੂੰ ਮਿਲਣੀ ਚਾਹੀਦੀ ਹੈ। ਅਸੀਂ ਇਸ ਨਾਲ ਨਹੀਂ ਦੱਬ ਸਕਦੇ ਕਿ ਮੇਰੇ ਕੋਲੇ ਘਰ ਕੋਈ ਹੈ ਨਹੀਂ, ਮੇਰੇ ਕੋਲੇ ਰੁਜ਼ਗਾਰ ਹੈ ਨਹੀਂ, ਕਿਉਂ ਕਾਨੂੰਨ ਅਨੁਸਾਰ ਤਾਂ ਚੱਲਣਾ ਚਾਹੀਦਾ। ਤਾਂ ਬਹੁਤੇ ਲੋਕ ਇਹਨੂੰ ਸਲਾਹ ਵੀ ਰਹੇ ਆ। ਦੂਜੇ ਪਾਸੇ ਇਹੀ ਕੰਮ ਜੇ ਦਿੱਲੀ ਚ ਹੁੰਦਾ ਹੈ ਤਾਂ ਉੱਥੇ ਮੂਹਰੇ ਹੋ ਕੇ ਖੜ ਜਾਂਦੇ ਆ, ਇਹ ਕਹਿੰਦੇ ਆ ਜੀ ਨਾ ਅਸੀਂ ਇੱਥੇ ਤਾਂ ਇੰਨੇ ਲੋਕ ਬੇਘਰ ਹੋ ਰਹੇ ਆ ਜੀ, ਐ ਹੋ ਰਿਹਾ ਜੀ, ਇਹ ਤਾਂ ਇੱਕ ਖਾਸ ਵਰਗ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ। ਇਹ ਉੱਥੇ ਜਿਹੜਾ ਆ ਗਿਆ ਦੂਜੇ ਪਾਸੇ ਦੀ ਤੂਤੀ ਬੁਲਾਉਂਦੇ, ਇਹਨਾਂ ਨੂੰ ਜਿਵੇਂ ਗੰਗਾ ਆਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਇਹ ਆਪਦੇ ਹਿਸਾਬ ਨਾਲ ਕੰਮ ਕਰਦੇ ਆ, ਪਾਲਿਸੀ ਕੋਈ ਨਹੀਂ। ਔਰ ਪਾਲਿਸੀ ਨਾ ਹੋਣ ਦੇ ਕਾਰਨ ਇਹ ਜਿਹੜਾ ਐਡਾ ਵਧੀਆ ਉਪਰਾਲਾ ਹੈਗਾ, ਮੈਂ ਮਾਨ ਸਾਹਿਬ ਦੀ ਸ਼ਲਾਘਾ ਕਰਦਾ, ਉਹਨਾਂ ਨੇ ਸਟੈਪ ਦਾ ਚੱਕ ਲਿਆ।
ਪਰ ਇਹ ਸਾਰਾ ਜਿਹੜਾ ਵੱਡੇ ਖਾਤੇ ਜਾ ਰਿਹਾ। ਜੀ, ਤੇ ਮੈਂ ਅਗਲੇ ਪੈਨਲਿਸਟ ਦਲਜੀਤ ਚੀਮਾ ਜੀ ਜੋ ਪੋਲੀਟੀਕਲ ਐਕਸਪਰਟ ਨੇ ਉਹਨਾਂ ਤੋਂ ਪੁੱਛਾਂਗਾ। ਚੀਮਾ ਸਾਹਿਬ ਦੇਖੋ, ਤਿੰਨੋਂ ਪਾਰਟੀਆਂ ਨੇ ਆਪੋ ਆਪਣੇ ਵਿਚਾਰ ਰੱਖ ਦਿੱਤੇ ਨੇ। ਹਾਲਾਂਕਿ ਮਾਨ ਸਰਕਾਰ ਵੱਲੋਂ ਜੋ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਉਸ ਦੀ ਸ਼ਲਾਘਾ ਜ਼ਰੂਰ ਕੀਤੀ ਜਾ ਰਹੀ ਹੈ, ਪਰੰਤੂ ਕੀ ਲੱਗਦਾ ਨਹੀਂ ਕਿ ਪਿਛਲੀਆਂ ਸਰਕਾਰਾਂ ਤੇ ਸਵਾਲ ਖੜੇ ਹੋ ਰਹੇ ਨੇ? ਆਖਰ ਹਾਈ ਕੋਰਟ ਦੇ ਵਿੱਚ ਵੀ ਮੁੱਦਾ ਗਿਆ ਹੈ। ਜਦੋਂ ਅਕਾਲੀ ਭਾਜਪਾ ਸਰਕਾਰ ਸੀ, ਕਾਂਗਰਸ ਸਰਕਾਰ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਜਾਂਦਾ ਹੈ, ਪਰੰਤੂ ਸਾਰੀ ਗੱਲ ਰਫਾ ਦਫਾ ਦੇ ਚੱਕਰ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਕਿ ਇਹ ਵੀ ਮੰਨਣਾ ਪੈਣਾ, ਤੇ ਆਪਣੇ ਪੈਨਲਿਸਟ ਨੇ ਮੰਨ ਵੀ ਚੁੱਕੇ ਨੇ ਕਿ ਵੱਡੇ ਰਸੂਖਦਾਨ ਇਹਨਾਂ ਦੇ ਵਿੱਚ ਮੌਜੂਦ ਨੇ। ਕਿਵੇਂ ਵੇਖਦੇ ਹੋ ਕਿ ਸਿਆਸੀ ਪਾਰਟੀਆਂ ਦਾ ਕੀ ਕਾਰਗੁਜ਼ਾਰੀ ਰਹੀ ਹੈ ਤੇ ਇਸ ਸਮੇਂ ਮਾਨ ਸਰਕਾਰ ਵੱਲੋਂ ਜੋ ਐਕਸ਼ਨ ਲਿੱਤਾ ਜਾ ਰਿਹਾ ਉਸ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ? ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰਾਂ ਕਿ ਕੋਈ ਵੀ ਦੁਨੀਆ ਦੀ ਨੇਸ਼ਨ ਜਾਂ ਸਟੇਟ ਅੰਡਰ ਡਿਵੈਲਪਡ ਇਸ ਲਈ ਹੁੰਦੀ ਹੈ ਕਿਉਂਕਿ ਉਹ ਬੈਡਲੀ ਮੈਨੇਜਡ ਹੁੰਦੀ ਹੈ, ਪੂਅਰਲੀ ਮੈਨੇਜਡ ਹੁੰਦੀ ਹੈ ਜੀ। ਇਹ ਬੈਡ ਮੈਨੇਜਮੈਂਟ ਦਾ ਜਾਂ ਪੂਅਰ ਮੈਨੇਜਮੈਂਟ ਦਾ ਹੀ ਅਸਰ ਹੈ ਕਿ ਇਹ ਜੋ ਕੁਝ ਹੋਇਆ ਗਵਰਨਮੈਂਟਾਂ ਦੀ ਜਾਣ ਪਛਾਣ ਦੇ, ਉਹਨਾਂ ਦੇ ਜਾਣਦੇ ਸਨ ਕੀ ਹੋ ਰਿਹਾ ਹੈ, ਉਹਨਾਂ ਦੀ ਮਰਜ਼ੀ ਤੇ ਉਹਨਾਂ ਦਾ ਸੰਰਕਸ਼ਣ ਜਾਂ ਜੋ ਪ੍ਰੋਟੈਕਸ਼ਨ ਦੇ ਹੇਠਾਂ ਇਹ ਸਭ ਕੁਝ ਹੁੰਦਾ ਰਿਹਾ ਜੀ। ਇਹਦੇ ਜੇ ਤੁਸੀਂ ਜੈਨੇਸਿਸ ਦੇਖੋ ਤੇ ਗਵਰਨਮੈਂਟ ਖੁਦ ਹੀ ਅਲੱਗ-ਅਲੱਗ ਗਵਰਨਮੈਂਟਾਂ ਜਿਹੜੀਆਂ ਵੀ ਸਨ, ਕਿਸੇ ਨੂੰ ਵੀ ਬਲੇਮ ਕਰਨਾ ਗਲਤ ਹੈ, ਸਾਰੀਆਂ ਗਵਰਨਮੈਂਟਾਂ ਹੀ ਇਸ ਤਰ੍ਹਾਂ ਕਰਦੀਆਂ ਆਈਆਂ ਨੇ। ਆਪ ਗਵਰਨਮੈਂਟ ਹੁਣ ਨਵੀਂ ਹੈ, ਇਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਇਹਨਾਂ ਦਾ ਅੱਗੋਂ ਕੀ ਕਾਰਗੁਜ਼ਾਰੀ ਹੋਏਗੀ, ਪਰ ਪਿਛਲੀਆਂ ਗਵਰਨਮੈਂਟਾਂ ਤੇ ਹਮੇਸ਼ਾ ਆਪਣੇ ਜਿਹੜੇ ਨਜ਼ਦੀਕੀ ਬੰਦੇ ਸੀ, ਇਸੇ ਕਰਕੇ ਮੁਹਾਲੀ ਵਰਗੀ ਜਗ੍ਹਾ ਜਾਂ ਹੋਰ ਵੱਡੇ ਸ਼ਹਿਰ ਜਿਨ੍ਹਾਂ ਦੇ ਨੇੜੇ ਤੇੜੇ ਦੀ ਪੰਚਾਇਤੀ ਜ਼ਮੀਨ ਜਿਹੜੀ ਹੈ ਉਹ ਜ਼ਿਆਦਾ ਮਹਿੰਗੀ ਸੀ, ਉਹ ਜ਼ਿਆਦਾ ਜਿਹੜੀ ਹੜੱਪੀ ਗਈ ਲੋਕਾਂ ਦੇ ਉੱਤੋਂ ਜੀ। ਸੀ। ਹੁੰਦਾ ਇਹ ਹੈ ਵੀ ਇੱਕ ਅੱਛੀ ਗਵਰਨੈਂਸ ਵਾਸਤੇ ਜਿਹੜੇ ਲਾਅ ਹੁੰਦੇ ਨਾ ਉਹ ਘੱਟ ਤੋਂ ਘੱਟ ਹੋਣੇ ਚਾਹੀਦੇ ਨੇ। ਤੁਸੀਂ ਦੇਖੋ ਪੰਜਾਬ ਪੰਚਾਇਤੀ ਰਾਜ ਦੇ ਜਿੰਨੇ ਲਾਅ ਤੇ ਕਾਨੂੰਨ 1951 ਤੋਂ ਲੈ ਕੇ 1994 ਤੱਕ ਕਈ ਇਹੋ ਜਿਹੇ ਰੂਲ ਤੇ ਲਾਅ ਤੇ ਐਵਿਕਸ਼ਨ ਦੇ ਤੇ ਕਈ ਕੁਝ ਬਣਦਾ ਰਿਹਾ ਜੀ। ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਜਿਹੜੀ ਵਿਲ ਹੁੰਦੀ ਹੈ ਨਾ, ਜੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਂਦਾ ਤੇ ਇਹ ਸਟੇਜ ਆਉਣੀ ਨਹੀਂ ਸੀ। ਦੇਖੋ ਕਨਸਟੀਟਿਊਸ਼ਨ ਦਾ ਸਾਰਾ ਤੋਂ ਵੱਡਾ ਮਹਾਨ ਆਦਮੀ ਜਿਹੜਾ ਅੰਬੇਦਕਰ, ਉਹ ਇੱਕ ਜਗ੍ਹਾ ਲਿਖਦੇ ਸਨ, ਕਹਿੰਦੇ ਆ ਵੀ ਕਾਨੂੰਨ ਤੁਸੀਂ ਕਿੰਨਾ ਵਧੀਆ ਬਣਾ ਲਓ, ਪਰ ਜੇ ਉਹਨੂੰ ਇੰਪਲੀਕੇਟ ਕਰਨ ਵਾਲਾ ਆਦਮੀ ਜਿਹੜਾ ਪ੍ਰੋਫੈਸ਼ਨਲੀ ਡਿਸਆਨੈਸਟ ਹੈ ਤੇ ਕਦੇ ਵੀ ਉਹ ਕਾਨੂੰਨ ਜਿਹੜਾ ਲਾਗੂ ਨਹੀਂ ਹੋ ਸਕਦਾ ਜੀ। ਹੁਣ ਕਿਉਂਕਿ ਇਹ ਗਵਰਨਮੈਂਟ ਨਵੀਂ ਹੈ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤਿੰਨਾਂ ਪਾਰਟੀਆਂ ਨੇ ਇਸ ਚੀਜ਼ ਦੀ ਸ਼ਲਾਘਾ ਕੀਤੀ ਹੈ, ਕਿਉਂਕਿ ਉਹਨਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ ਜੀ। ਬਿਕਾਜ਼ ਉਹ ਤਿੰਨੋਂ ਵੀ ਇਸ ਚੀਜ਼ ਵਾਸਤੇ ਰਿਸਪੌਂਸਿਬਲ ਨੇ ਔਰ ਉਹਨਾਂ ਨੂੰ ਪਤਾ ਹੈ, ਉਹਨਾਂ ਮੰਨਿਆ ਵੀ ਹੈ। ਹੁਣ ਅੱਗੋਂ ਕੋਈ ਨਵੀਂ ਚੀਜ਼ ਜਦੋਂ ਨਵਾਂ ਸਟੈਪ ਲਿਆ ਜਾਏ, ਉਹਨੂੰ ਇੰਪਲੀਮੈਂਟ ਕਰਦਿਆਂ ਉਹਦੇ ਸ਼ੁਰੂ ਦੇ ਵਿੱਚ ਹੀ ਕੱਢਣਾ ਮੇਕੇ ਉਹਦੇ ਕਰਨਾ ਵੀ ਇਹ ਨਹੀਂ ਹੋਏਗਾ, ਆਹ ਕੀਤਾ ਜਾਏਗਾ, ਇਸ ਤਰ੍ਹਾਂ ਕਰ ਦੇਣਾ, ਇਹਨਾਂ ਨੇ ਇਹ ਕਰ ਦੇਣਾ। ਮੇਰਾ ਖਿਆਲ ਹੈ ਇਸ ਵੇਲੇ ਉਹਦੇ ਉੱਤੇ ਕੋਈ ਸਵਾਲ ਉਠਾਉਣਾ ਬੜਾ ਗਲਤ ਹੈ। ਸਾਨੂੰ ਵੇਟ ਕਰਨਾ ਚਾਹੀਦਾ ਹੈ ਕਿ ਇਸ ਪਾਲਿਸੀ ਨੂੰ ਉਹ ਕਿਸ ਤਰੀਕੇ ਨਾਲ ਇੰਪਲੀਮੈਂਟ ਕਰਨ, ਔਰ ਮਾਨ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਹਨੂੰ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ, ਐਬਸੋਲੂਟਲੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਇੱਕ ਪਾਲਿਸੀ ਬਣਾ ਕੇ ਉਹਨੂੰ ਸਾਰੀ ਦੁਨੀਆ ਦੇ ਵਿੱਚ ਉਹਨੂੰ ਉਹ ਕੀਤਾ ਜਾਏ, ਦੱਸਿਆ ਜਾਏ ਵੀ ਆਹ ਸਾਡਾ ਪਾਲਿਸੀ ਦਾ ਸਿਸਟਮ ਹੈ, ਇਸ ਤਰ੍ਹਾਂ ਅਸੀਂ ਚੱਲਾਂਗੇ। ਇੱਕ ਗੱਲ ਜਿਹੜੀ ਕੁਲਦੀਪ ਧਾਲੀਵਾਲ ਜੀ ਨੇ ਬੜੀ ਅੱਛੀ ਕਹੀ, ਮੈਨੂੰ ਪਸੰਦ ਆਈ ਹੈ ਕਿ ਇਹ ਜਿਹੜਾ ਯੂਥ ਫਾਰਮਰਸ ਦੀ ਐਸੋਸੀਏਸ਼ਨ ਨੇ ਹਰ ਵੱਡੇ ਸ਼ਹਿਰ ਜਾਂ ਹਰ ਡਿਸਟ੍ਰਿਕਟ ਦੇ ਵਿੱਚ ਜਾਂ ਕੁਝ ਉਹਨਾਂ ਨੂੰ ਵਿੱਚ ਇਨਵੋਲਵ ਕਰਕੇ, ਮੈਂ ਸਮਝਦਾ ਕਿ ਯੂਥ ਇਜ਼ ਦੀ ਬੈਸਟ ਹੋਪ, ਖਾਸ ਕਰਕੇ ਪੰਜਾਬ ਦੇ ਵਿੱਚ, ਕਿਉਂ ਪੰਜਾਬ ਦੇ ਯੂਥ ਦੀ ਸਿਚੁਏਸ਼ਨ ਤੁਹਾਨੂੰ ਪਤਾ ਕੀ ਹੈ, ਕੀ ਪ੍ਰੋਬਲਮ ਚੱਲ ਰਹੀਆਂ ਨੇ। ਇਸ ਕਰਕੇ ਯੂਥ ਫਾਰਮਰ ਦੀਆਂ ਐਸੋਸੀਏਸ਼ਨ ਜਿਹੜੀਆਂ ਨੇ ਉਹਨਾਂ ਨੂੰ ਬਣਾ ਕੇ ਉਹਨਾਂ ਦੇ ਵਿੱਚ ਇਹ ਲੈਂਡ ਜਿਹੜੀ ਹੈ ਡਿਸਟ੍ਰੀਬਿਊਟ ਕਰਕੇ ਇਹਨੂੰ ਅੱਛੀ ਤਰ੍ਹਾਂ ਮੈਨੇਜ ਕਰਕੇ ਡਾਈਵਰਸੀਫਾਈਡ ਕ੍ਰਾਪ ਜਾਂ ਹੋਰ ਕੋਈ ਤਰੀਕਾ ਕੁਝ ਵੀ ਜਿਸ ਤਰ੍ਹਾਂ ਗਵਰਨਮੈਂਟ ਦੀ ਪਾਲਿਸੀ ਬਣੇ ਉਹਦੇ ਵਿੱਚ ਦਿੱਤਾ ਜਾਏ। ਆਈ ਥਿੰਕ ਇਟ ਇਜ਼ ਅ ਗ੍ਰੇਟ ਸਟੈਪ। ਕੁਝ ਅੱਛੇ ਸਟੈਪ ਇਸ ਗਵਰਨਮੈਂਟ ਨੇ ਲਏ ਨੇ ਜਿਹੜੇ ਸਾਨੂੰ ਸਾਰਿਆਂ ਨੂੰ ਮੰਨਣੇ ਚਾਹੀਦੇ ਨੇ ਔਰ ਉਹਨੂੰ ਸਗੋਂ ਸਪੋਰਟ ਕਰਨਾ ਚਾਹੀਦਾ, ਐਨਕਰੇਜ ਕਰਨਾ ਚਾਹੀਦਾ। ਉਹਨਾਂ ਵਿੱਚੋਂ ਇੱਕ ਇਹ ਬਹੁਤ ਅੱਛਾ ਸਟੈਪ ਹੈ ਤੇ ਮੈਂ ਸਮਝਦਾ ਕਿ ਇਹਦੇ ਨਾਲ ਕਾਫੀ ਚੀਜ਼ਾਂ, ਦੇਖੋ ਹਰ ਗਵਰਨਮੈਂਟ ਜਿਹੜੀ ਹੈ ਨਾ ਉਹ ਆਪਣਾ ਢੋਲ ਵਜਾਉਣ ਵਾਸਤੇ ਉਹ ਕਹਿਣਗੇ ਜੀ ਇੰਨੇ ਹਜ਼ਾਰ ਅਸੀਂ ਏਕੜ ਲੈ ਲਏ ਤੇ ਆਹ ਕਰ ਦਿੱਤਾ ਤੇ ਉਹ ਕਰ ਦਿੱਤਾ। ਉਹ ਗਵਰਨਮੈਂਟਾਂ ਕਰਦੀਆਂ ਨੇ ਜਾਂ ਪੋਲੀਟੀਕਲ ਬੌਸਸ ਕਰਦੇ ਨੇ ਔਰ ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ। ਉਹ ਆਪਣਾ ਕਹਿਣਗੇ ਜੋ ਉਹ ਕਹਿਣਾ ਚਾਹੁੰਦੇ ਨੇ, ਪਰ ਫੈਕਟ ਇਹ ਕਿ ਤੁਹਾਨੂੰ ਪਤਾ ਲੱਗ ਜਾਏਗਾ ਔਨ ਗਰਾਊਂਡ ਕੀ ਹੋਇਆ, ਕਿੰਨਾ ਹੋਇਆ। ਹਰ ਆਦਮੀ ਅੱਜ ਕੱਲ੍ਹ ਅਵੇਅਰ ਹੈ
ਮੀਡੀਆ ਇੰਨਾ ਵੱਡਾ ਉਹ ਸੋਰਸ ਹੈ, ਇਸ ਕਰਕੇ ਇਹਦੇ ਵਾਸਤੇ ਥੋੜਾ ਜਿਹਾ ਵੇਟ ਕੀਤਾ ਜਾਏ। ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਬਹੁਤ ਅੱਛਾ ਔਰ ਬਹੁਤ ਵਧੀਆ ਸਟੈਪ ਹੈ ਜੀ। ਮੈਂ ਦੇਖੋ ਐਜ਼ ਏ ਕਾਮਨ ਪੰਜਾਬੀ, ਜਦੋਂ ਤੁਸੀਂ ਗੱਲ ਕਰਦੇ ਹੋ ਨਾ 3 ਲੱਖ ਕਰੋੜ ਦਾ ਕਰਜ਼ਾ, ਤੇ ਆਈ ਫੀਲ ਚੀਟਡ ਕਿ ਮੈਂ ਕੀ ਕੀਤਾ ਬਈ, ਮੈਂ ਤੇ ਆਪਣੀ ਤਨਖਾਹ ਦੇ ਨਾਲ ਗੁਜ਼ਾਰਾ ਕਰਦਾ ਰਿਹਾ, ਮੇਰੇ ਉੱਤੇ 1 ਲੱਖ ਦਾ ਕਰਜ਼ਾ ਕਿਵੇਂ ਹੋ ਗਿਆ। ਸੋ ਇਹ ਪੰਜਾਬੀਆਂ ਨੂੰ ਇਸ ਡੈਟ ਟਰੈਪ ਚੋਂ ਕੱਢਣ ਵਾਸਤੇ ਮੈਂ ਸਮਝਦਾ ਹੈ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਔਰ ਇਹਨੂੰ ਸਾਰਿਆਂ ਨੂੰ ਸਾਨੂੰ ਸਪੋਰਟ ਕਰਨਾ ਚਾਹੀਦਾ ਹੈ। ਥੋੜੀ ਦੇਰ ਵੇਟ ਕਰੀਏ, ਦੇਖੀਏ ਕਿ ਇਹ ਕਿਸ ਤਰ੍ਹਾਂ ਇੰਪਲੀਮੈਂਟ ਹੁੰਦਾ ਹੈ। ਅਗਲਾ ਸਵਾਲ ਮੈਂ ਸਰਬਜੀਤ ਜੀ ਤੇ ਕੁਲਦੀਪ ਧਾਲੀਵਾਲ ਜੀ ਦੋਨਾਂ ਤੋਂ ਸਾਂਝਾ ਕਰਨਾ ਚਾਹੁੰਦਾ ਹਾਂ। ਜਦੋਂ 10 ਸਾਲ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਸੱਤਾ ਹੰਢਾਈ ਹੈ, ਉਦੋਂ ਇੱਕ ਕਮਿਸ਼ਨ ਬਣਾਇਆ ਜਾਂਦਾ ਹੈ, ਇੱਕ ਟ੍ਰਿਬਿਊਨਲ ਬਣਾਇਆ ਜਾਂਦਾ ਹੈ ਹਾਈ ਕੋਰਟ ਦੀ ਹਦਾਇਤਾਂ ਦੇ ਤਹਿਤ, ਜਿਸ ਦੇ ਵਿੱਚ ਰਿਟਾਇਰਡ ਜਸਟਿਸ ਕੁਲਦੀਪ ਸਿੰਘ ਦੀ ਰਹਿਨੁਮਾਈ ਰੱਖੀ ਜਾਂਦੀ ਹੈ। ਤੇ ਉਹਨਾਂ ਵੱਲੋਂ ਉਦੋਂ ਇੱਕ ਸਵਾਲ ਚੁੱਕਿਆ ਜਾਂਦਾ ਹੈ ਕਿ 1 ਮਹੀਨਾ ਕੰਮ ਕਰਨ ਤੋਂ ਬਾਵਜੂਦ ਨਾ ਤਾਂ ਉਹਨਾਂ ਨੂੰ ਸਟਾਫ ਦਿੱਤਾ ਗਿਆ ਸੀ, ਨਾ ਦਫ਼ਤਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਦੁਬਾਰਾ ਹਾਈ ਕੋਰਟ ਦੇ ਵਿੱਚ ਸਮਨਿੰਗ ਹੁੰਦੀ ਹੈ, ਹਾਈ ਕੋਰਟ ਦਾ ਜਦੋਂ ਡੰਡਾ ਚੜ੍ਹਦਾ ਹੈ, ਉਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਐਕਸ਼ਨ ਲਿੱਤਾ ਜਾਂਦਾ ਹੈ, ਜੋ ਪੰਜਾਬ ਦੇ ਇੱਕ ਮੰਨੇ ਪਰਮੰਨੇ ਅਫਸਰ ਨੇ ਚੰਦਰ ਸ਼ੇਖਰ, ਉਹਨਾਂ ਨੂੰ ਨਾਲ ਜੋੜ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਇਹ ਫਿਰ ਵੀ ਮਸਲਾ ਰਫਾ ਦਫਾ ਹੋ ਜਾਂਦਾ ਹੈ। ਹਾਲਾਂਕਿ ਜੇ ਮੈਂ ਖਾਸ ਕਰਕੇ ਗੱਲ ਕਰਾਂ ਮੋਹਾਲੀ ਜ਼ਿਲ੍ਹੇ ਦੀ, ਮੋਹਾਲੀ ਜ਼ਿਲ੍ਹੇ ਦੇ 15 ਪਿੰਡਾਂ ਦਾ ਨਾਂ ਉਦੋਂ ਵੀ ਗੂੰਜਦਾ ਸੀ ਤੇ ਹੁਣ ਵੀ ਗੂੰਜਦਾ ਹੈ, ਜਿਨ੍ਹਾਂ ਦੇ ਵਿੱਚ ਲਗਭਗ 2500 ਦੇ ਕਰੀਬ ਜ਼ਮੀਨ ਹੈ ਏਕੜ, ਤੇ ਉਹਦੇ ਵਿੱਚੋਂ 2400 ਦੇ ਲਗਭਗ ਤੇ ਕਬਜ਼ਾ ਹੈ। ਤੇ ਉਹਨਾਂ ਦੀ ਜੇ ਪੈਰੀਫੈਰੀ ਦੇ ਚੰਡੀਗੜ੍ਹ ਦੇ ਐਕਟ ਦੇ ਰੂਲ ਦੇ ਮੁਤਾਬਕ ਤੇ ਕਲੈਕਟਰ ਵੈਲਿਊ ਦੇਖੀ ਜਾਵੇ ਤਾਂ ਲਗਭਗ 3 ਲੱਖ ਕਰੋੜ ਬਣਦੀ ਹੈ। ਪੰਜਾਬ ਸਿਰ ਵੀ ਉਦੋਂ ਇੰਨਾ ਕੀ ਕਬਜ਼ਾ ਸੀ। ਕੀ ਲੱਗਦਾ ਨਹੀਂ ਕਿ ਤੁਸੀਂ ਖੁੰਝ ਗਏ ਹੋ ਇਹ ਕੰਮ ਕਰਨ ਤੋਂ, ਜਾਂ ਉਸ ਸਮੇਂ ਦੀਆਂ ਸਰਕਾਰਾਂ ਤੇ ਸਵਾਲ ਚੱਕਦੇ ਹੋ, ਆਪਣੀ ਸਰਕਾਰ ਦੇ ਵੱਲ ਸਵਾਲ ਖੜਾ ਕਰਦੇ ਹੋ, ਜਾਂ ਕੋਈ ਹੋਰ ਰੀਜ਼ਨ ਮੰਨਦੇ ਹੋ? ਹਾਲਾਂਕਿ ਹਾਈ ਕੋਰਟ ਨੇ ਇਹਦੇ ਵਿੱਚ ਇੰਸਟਰਕਸ਼ਨ ਦਿੱਤੇ ਸੀ, ਤੇ ਇਹਨਾਂ ਦੇ ਤਹਿਤ ਹੁਣ ਕਿਵੇਂ ਲੱਗਦਾ ਹੈ ਕਿ ਮਾਨ ਸਰਕਾਰ ਤਾਂ ਕਰ ਰਹੀ ਹੈ, ਪਰੰਤੂ ਤੁਹਾਡੇ ਦੌਰ ਦੇ ਵਿੱਚ ਇਹ ਮੁੱਦਾ ਉੱਠਿਆ ਸੀ, ਉਦੋਂ ਇਹ ਕਿਉਂ ਨਹੀਂ ਲਾਗੂ ਹੋਇਆ, ਜਾਂ ਕੀ ਕਾਮੀਆਂ ਰਹੀਆਂ, ਉਸ ਸਮੇਂ ਦਾ ਦੌਰ ਕੀ ਸੀ, ਸਰਕਾਰ ਦੇ ਅਸਲ ਰਿਐਕਸ਼ਨ ਕੀ ਸੀ, ਜਾਂ ਫਿਰ ਵੱਡੇ ਰਸੂਖਵਾਨਾਂ ਦਾ ਦਬਾਅ ਸੀ? ਸਰਬਜੀਤ ਜੀ। ਆਵਾਜ਼ ਬੰਦ ਹੋ ਗਈ। ਸਰਬਜੀਤ ਜੀ, ਤੁਹਾਡੀ ਆਵਾਜ਼ ਨਹੀਂ ਮੇਰੇ ਤੱਕ ਪਹੁੰਚ ਰਹੀ। ਮਿਊਟ ਤੇ ਹੋਣਾ ਝਿੰਜਰ ਸਾਹਿਬ। ਚੰਨੀ ਸਾਹਿਬ ਦੇਖੋ, ਜਿਹੜੇ ਇਹ ਪੰਚਾਇਤੀ ਜ਼ਮੀਨਾਂ ਦੇ ਮੁੱਦੇ ਨੇ ਨਾ ਜੀ, ਇਹਦੇ ਵਿੱਚ ਕੋਰਟ ਬਹੁਤ ਇਨਵੋਲਵ ਹੈ। ਕਈ ਤਰ੍ਹਾਂ ਦੀਆਂ ਧਾਰਾਵਾਂ ਦੇ, ਕੋਈ ਧਾਰਾ 7, ਕੋਈ ਧਾਰਾ 42, ਅਲੱਗ-ਅਲੱਗ ਮਤਲਬ ਇਦਾਂ ਦੀਆਂ ਧਾਰਾਵਾਂ ਦੇ ਅਧੀਨ ਜਿਹੜੀਆਂ ਇਹ ਜ਼ਮੀਨਾਂ ਨੇ, ਇਹਨਾਂ ਤੇ ਕਬਜ਼ੇ ਹੋਏ ਨੇ। ਕੋਈ ਅਲਾਟਮੈਂਟ ਹੋਈਆਂ ਨੇ, ਕੋਈ ਸਿੱਧੇ ਕਬਜ਼ੇ ਨੇ, ਕੋਈ ਬੋਲੀ ਵਾਲੀ ਜ਼ਮੀਨਾਂ ਨੇ, ਕੋਈ ਹਾਈ ਕੋਰਟ ਕੇਸ ਚੱਲ ਰਿਹਾ, ਕਿਸੇ ਦਾ ਸੁਪਰੀਮ ਕੋਰਟ ਕੇਸ ਚੱਲ ਰਿਹਾ ਹੈ। ਸੋ ਕੋਰਟ ਦੇ ਵਿੱਚ ਵੀ ਉਹਦੇ ਕਾਰਨ ਵੀ ਇਹ ਜਿਹੜੇ ਕੇਸ ਨੇ ਬਹੁਤ ਦੇਰ ਤੋਂ ਲਟਕਦੇ ਆ ਰਹੇ ਨੇ ਜੀ। ਮੈਂ ਤਾਂ ਹੀ ਗੱਲ ਕਹਿ ਰਿਹਾ ਕਿ ਸਰਕਾਰ ਨੇ ਸਮੇਂ ਦੇ ਨਾਲ ਕਾਰਵਾਈਆਂ ਕੀਤੀਆਂ, ਪਰ ਉਹਨਾਂ ਦੇ ਵਿੱਚ ਢਿੱਲ ਜ਼ਰੂਰ ਰਹੀ ਹੈ। ਇਹ ਗੱਲ ਮੈਂ ਜ਼ਰੂਰ ਇਹਦੀ ਮੰਨਣ ਦੇ ਵਿੱਚ ਕੋਈ ਹਰਜ ਨਹੀਂ ਕਿ ਜਿੰਨੀ ਵੱਡੇ ਪੱਧਰ ਤੇ ਕਾਰਵਾਈ ਹੋਣੀ ਚਾਹੀਦੀ ਸੀ, ਹੋਰ ਵੱਡੇ ਪੱਧਰ ਤੇ ਕਾਰਵਾਈ ਹੋਣੀ ਚਾਹੀਦੀ, ਪਰ ਕਿਤੇ ਨਾ ਕਿਤੇ ਜਿਹੜੇ ਕੋਰਟ ਇਨਵੋਲਵ ਰਹਿੰਦੀ ਆ। ਹੁਣ ਮੈਂ ਇਹੀ ਗੱਲ ਕਹਿ ਰਿਹਾ ਕਿ ਗੱਲ ਨੂੰ ਬਹੁਤ ਵੱਡੇ ਲੈਵਲ ਤੇ ਉਛਾਲਿਆ ਜ਼ਰੂਰ ਜਾ ਰਿਹਾ ਹੈ, ਪਰ ਇਹ ਗੱਲ ਜਦੋਂ ਸਿਰੇ ਲੱਗੇਗੀ ਉਹਦੇ ਬਾਅਦ ਹੀ ਪਤਾ ਲੱਗੇਗਾ ਕਿ ਬਾਕੀ ਜਿੰਨੇ ਹਜ਼ਾਰ ਕਰੋੜ ਦੇ ਆ ਇਹ ਜ਼ਮੀਨਾਂ ਨੂੰ, ਜਿਹੜੀਆਂ ਕਿੰਨੇ ਲੱਖ ਏਕੜ ਜ਼ਮੀਨ ਦੇ ਨੂੰ ਜਿਹੜੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਛਡਵਾ ਕੇ ਅਸੀਂ ਪੰਚਾਇਤਾਂ ਨੂੰ ਦੇ ਦਾਂਗੇ, ਉਹ ਦੇਣ ਤੋਂ ਬਾਅਦ ਹੀ ਕਲੀਅਰ ਹੋਏਗਾ। ਕਿਉਂਕਿ ਕਹਿਣੀ ਤੇ ਕਰਨੀ ਵਿੱਚ ਫਰਕ ਆ। ਹਲੇ ਇਹ ਜਿਹੜਾ ਸੰਤਾਪ ਹੈ, ਕਿਉਂਕਿ ਕੋਰਟ ਦਾ ਇੰਨੀ ਇਨਵੋਲਵਮੈਂਟ ਤੇ ਅਫਸਰਾਂ ਦੀ ਜਿਹੜੀ ਹੈ ਮਿਲੀ ਭੁਗਤ ਇੰਨੀ ਜ਼ਿਆਦਾ ਹੈ ਕਿ ਇਹ ਬੜਾ ਵੱਡਾ ਇੱਕ ਮਾਫੀਆ ਜਿਹੜਾ ਇਸ ਜ਼ਮੀਨਾਂ ਦੇ ਉੱਤੇ ਕਾਬਜ ਰਿਹਾ ਹੋਇਆ। ਕਿਉਂਕਿ ਖੁਦ ਮੈਂ 2013 ਤੋਂ ਲੈ ਕੇ, ਮੈਂ ਪਹਿਲਾਂ ਇੱਕ ਦਿਨ ਦੇ ਵਿੱਚ ਕਿਹਾ ਸੀ, 13 ਤੋਂ ਲੈ ਕੇ 18 ਤੱਕ ਮੈਂ ਪਿੰਡ ਦਾ ਸਰਪੰਚ ਰਿਹਾ। ਮੇਰੇ ਪਿੰਡ ਵੀ ਪੰਚਾਇਤੀ ਜ਼ਮੀਨਾਂ ਤੇ ਮੈਂ ਖੁਦ ਕੇਸ ਲੜੇ ਨੇ, ਤੇ ਐਡੇ ਲੈਵਲ ਤੇ ਜਾ ਕੇ ਖੁਦ ਸਰਕਾਰ ਦੇ ਹੋਣ ਦੇ ਬਾਵਜੂਦ ਵੀ ਜਿਹੜੇ ਆ ਉਹ ਜਾ ਕੇ ਹਾਈ ਕੋਰਟ ਤੋਂ ਸਟੇਆਂ ਮਿਲ ਜਾਂਦੀਆਂ ਨੇ ਇਹਨਾਂ ਬੰਦਿਆਂ ਨੂੰ, ਤੇ ਜਿਹੜੇ ਸਰਕਾਰ ਜਾਂ ਸਰਪੰਚ ਪੰਚਾਇਤਾਂ ਨੇ ਉਹ ਸਮਰਥ ਹੋ ਜਾਂਦੀਆਂ ਨੇ ਕਿ ਕੋਰਟ ਦੇ ਕੇ ਜਾ ਕੇ ਕੁਝ ਕਰ ਨਹੀਂ ਸਕਦੀਆਂ। ਸੋ ਇੱਥੇ ਕਈ ਧਰਾਵਾਂ ਦੇ ਅਧੀਨ ਜ਼ਮੀਨਾਂ ਨੇ, ਕਈ ਲੈਵਲ ਤੇ ਇਹਨਾਂ ਦੇ ਅਲੱਗ-ਅਲੱਗ ਪੱਖ ਨੇ ਜ਼ਮੀਨਾਂ ਦੇ। ਸੋ ਇਹ ਜਦੋਂ ਸਰਕਾਰ ਸਿਰੇ ਇਸ ਨੂੰ ਲਾ ਦੇਗੀ, ਉਦੋਂ ਬਾਅਦ ਹੀ ਕਲੀਅਰ ਹੋਏਗਾ ਕਿ ਵਾਕਈ ਹੀ ਸਰਕਾਰ ਸਾਰੀ ਜ਼ਮੀਨ ਨੂੰ ਛਡਾ ਕੇ ਜਿਹੜੀ ਪੰਚਾਇਤਾਂ ਦੇ ਹਵਾਲੇ ਕਰ ਦਿੰਦੀ ਹੈ। ਠੀਕ ਹੈ, ਇਹਦੇ 'ਚ ਬੜੇ ਸੁਧਾਰ ਦੀ ਲੋੜ ਹੈ, ਕਾਨੂੰਨ ਸੁਧਾਰਨ ਦੀ ਲੋੜ ਹੈ, ਤੇ ਇੱਕ ਸਰਕਾਰ ਦੀ ਪੂਰੀ ਜਿਹੜੀ ਮਨਸ਼ਾ ਦੀ ਲੋੜ ਹੈ, ਤਾਂ ਹੀ ਇਹ ਕੰਮ ਜਿਹੜਾ ਸਿਰੇ ਚੜ ਸਕਦਾ। ਜੀ, ਧਾਲੀਵਾਲ ਸਾਹਿਬ ਕੀ ਕਹਿਣਾ ਚਾਹੋਗੇ ਜੋ ਮੈਂ ਸਵਾਲ ਪੁੱਛਿਆ? ਮੈਂ ਜਿਹੜੀ ਗੱਲ ਰੱਖੀ ਹੈ ਨਾ, ਇਹਦੇ ਨਾਲ 100% ਸਹਿਮਤ ਹੈ ਵੀ ਪਿਛਲੀਆਂ ਸਰਕਾਰਾਂ ਜਿਹੜੀਆਂ ਹੈਗੀਆਂ, ਭਾਵੇਂ ਸਾਡੀ ਸਰਕਾਰ ਰਹੀ ਹੋਵੇ, ਉਹ ਇੱਕ ਸਟਰੋਂਗ ਐਫਰਟ ਜਿਹੜਾ ਹੈ ਉਹ ਨਹੀਂ ਕਰ ਸਕੀਆਂ। ਪੋਲੀਟੀਕਲ ਵਿਲ ਤਾਂ ਜ਼ਰੂਰ ਰਹੀ ਹੈ ਕਿ ਛਡਾਈਏ। ਇਕੱਲੀ ਇਹਦੀ ਨਹੀਂ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਤੁਹਾਡੇ ਦਰਸ਼ਕਾਂ ਨੂੰ। ਅਜੇ ਗੋਚਰ ਭੂਮੀ ਹੈ ਜਿਹੜੀ ਦਰਿਆਵਾਂ ਦੇ ਨਾਲ,
ਜੀ ਉਹ ਜਿਹੜੀ ਸਾਡੀਆਂ ਗਾਵਾਂ ਬੇਸਹਾਰਾ ਗਾਵਾਂ ਸੜਕਾਂ ਤੇ ਤੁਰੀਆਂ ਫਿਰਦੀਆਂ ਉਹਨਾਂ ਦੀ ਭੂਮੀ ਵੀ ਨੱਪੀ ਬੈਠੇ ਆ, ਉਹ ਇਦੋਂ ਵੀ ਜ਼ਿਆਦਾ ਹੈ। ਇਹ ਤਾਂ ਅਜੇ ਕੁਝ ਵੀ ਨਹੀਂ ਹੈਗਾ, ਉਹ ਤਾਂ ਬੜਾ ਵੱਡਾ ਮੁੱਦਾ ਹੈ। ਜਿੱਦੇ ਉਧਰ ਨੂੰ ਕਿਸੇ ਪਾਸੇ ਇੱਕ ਸਰਕਾਰ ਨੇ ਜਾਂ ਕੋਰਟ ਨੇ, ਕਿਉਂਕਿ ਕੇਂਦਰ ਸਰਕਾਰ ਬੜਾ ਹੀ ਸੰਜੀਦਾ ਇਸ ਮਾਮਲੇ 'ਚ, ਔਰ ਜਿੱਦੇ ਉਧਰ ਨੂੰ ਮੂੰਹ ਹੋ ਗਿਆ ਉਹਦੇ ਬਹੁਤ ਕੁਝ ਹੋਣਾ ਹੈ। ਔਰ ਉਹ ਵੀ ਰਸੂਖਦਾਰਾਂ ਦੀ ਨੱਪੀ ਹੋਈ ਹੈ, ਜਿੰਨੀ ਵੀ ਦਰਿਆਵਾਂ ਦੀ ਜ਼ਮੀਨ ਹੈ ਉਹ ਰਸੂਖਦਾਰਾਂ ਦੇ ਕੋਲੇ ਹੈ, ਉਸ ਜ਼ਮੀਨ ਤੇ ਵੀ ਜਿਹੜਾ ਹੈਗਾ। ਪਰ ਇਹ ਜਿਹੜੀ ਤੁਸੀਂ ਗੱਲ ਰੱਖ ਰਹੇ ਹੋ ਨਾ ਦੂਜੀ, ਕਿ 3 ਲੱਖ ਕਰੋੜ ਦੀ ਜ਼ਮੀਨ ਹੈ ਜੀ, ਇਹਦੇ ਨਾਲ ਕਰਜ਼ਾ, ਇਹ ਕਰਜ਼ਾ ਕੁਰਜ਼ਾ ਨਹੀਂ ਲੈਂਦਾ, ਇਹ ਤਾਂ ਸਿਰਫ ਇੰਨੀ ਗੱਲ ਹੈ ਵੀ ਉਹਦੇ ਤੋਂ ਸਾਨੂੰ ਮਾਲੀਆ ਆਉਣ ਲੱਗ ਜੂਗਾ ਕੁਝ ਹਜ਼ਾਰ ਕਰੋੜ, ਉਹ ਵੱਧ ਜੂਗਾ, ਉਹ ਆਪਾਂ ਨੂੰ ਇੱਕ ਫਾਇਦਾ ਹੋ ਜੂ। ਪਰ ਜੇ ਉਹਦੇ ਨਾਲ ਅਸੀਂ ਇਨਵੈਸਟਮੈਂਟ ਲੈ ਆਈਏ, ਪਿੰਡਾਂ ਦੇ ਮੁੰਡਿਆਂ ਨੂੰ ਉਸ ਜ਼ਮੀਨ ਤੇ ਲਾ ਦਈਏ, ਪਿੰਡਾਂ ਦੇ ਕਲੱਬਾਂ ਨੂੰ ਉੱਥੇ ਲਾ ਦਈਏ, ਤਾਂ ਬੇਰੁਜ਼ਗਾਰੀ ਵੀ ਮੁੱਕ ਸਕਦੀ ਹੈ। ਤਾਂ ਜੇ 3 ਲੱਖ ਕਰੋੜ ਦਾ ਕਰਜ਼ਾ ਹੈ ਤਾਂ ਅਸੀਂ 20 ਲੱਖ ਕਰੋੜ ਦੀ ਇਨਵੈਸਟਮੈਂਟ ਇਸ ਜ਼ਮੀਨ ਤੇ ਲੈ ਆਈਏ, ਤਾਂ ਇੱਥੋਂ ਹੀ ਸਾਰਾ ਕੁਝ ਹੋ ਸਕਦਾ ਹੈ। ਇਹੀ ਗੱਲਾਂ ਅਸੀਂ ਬਿੱਲਾਂ ਦੇ ਰਾਹੀਂ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਸਾਨੂੰ ਉਦੋਂ ਸਾਰਿਆਂ ਨੇ ਨਿੰਦਿਆ ਸੀ ਕਿ ਜਿਹੜਾ ਹੈਗਾ ਜੀ ਇਹ ਬਿੱਲ ਤਾਂ ਮਾਰ ਦੇਣਗੇ, ਤਾਂ ਇਨਵੈਸਟਮੈਂਟ ਆ ਜੂ ਐਗਰੀਕਲਚਰ 'ਚ, ਤਾਂ ਅਡਾਨੀ ਇਨਵੈਸਟਮੈਂਟ ਕਰ ਦੂ। ਇਹੀ ਕੁਝ ਮਾਨ ਸਰਕਾਰ ਨੇ ਹੁਣ ਕੋਆਪਰੇਟਿਵ ਦੇ ਰਾਹੀਂ ਕਰਨਾ ਹੈ। ਅਸੀਂ ਕਾਰਪੋਰੇਟ ਦੀ ਨੀਤੀ ਨਹੀਂ ਲੈ ਕੇ ਆਏ ਸੀ, ਕੋਆਪਰੇਟਿਵ ਦੀ ਨੀਤੀ ਲੈ ਕੇ ਆਏ ਸੀ। ਬਹੁਤ ਗੱਲ ਕੀਤੀ ਪਰ ਕਿਸੇ ਨੇ ਗੱਲ ਉਦੋਂ ਸਮਝੀ ਨਹੀਂ ਸਾਡੀ। ਜੀ ਪ੍ਰਦੀਪ ਜੀ, ਮੈਂ ਇਸ ਸਵਾਲ ਦਾ ਜੋ ਮੈਂ ਪਹਿਲਾਂ ਸਵਾਲ ਕੀਤਾ ਹੈ ਉਸ ਦੇ ਨਾਲ ਮਤਲਬ ਜ਼ਮੀਨਾਂ ਦਾ ਮੈਂ ਸਮਝਿਆ ਨਹੀਂ ਗੱਲ ਨੂੰ, ਇਹ ਕਿ ਪੰਚਾਇਤੀ ਜ਼ਮੀਨਾਂ ਨਾਲ ਖੇਤੀ ਬਿੱਲਾਂ ਦਾ ਕੀ ਲੈਗਾ ਦੇਗਾ? ਦੇਖੋ ਪੰਚਾਇਤੀ ਜ਼ਮੀਨਾਂ ਦਾ ਝਿੰਜਰ ਸਾਹਿਬ ਇਹ ਲੈਣਾ ਦੇਣਾ ਹੈਗਾ ਕਿ ਪੰਚਾਇਤੀ ਜ਼ਮੀਨ ਦੇ ਉੱਤੇ ਮੈਂ ਜਿਵੇਂ ਗੱਲ ਰੱਖੀ ਹੈ, ਐਫਪੀਓ ਬਣਾ ਕੇ ਇਨਵੈਸਟਮੈਂਟ ਲਿਆਂਦੀ ਜਾ ਸਕਦੀ ਹੈ ਸਾਂਝੇ ਤੌਰ ਤੇ। ਔਰ ਉਹ ਜਿਹੜੀ ਜੇ ਸਾਡੇ ਕੋਲੇ ਬਿੱਲ ਹੁੰਦੇ ਤਾਂ ਅਸੀਂ ਜ਼ਿਆਦਾ ਸਿਕਿਉਰ ਸੀ, ਅਸੀਂ ਬਿਨਾਂ ਬਿੱਲਾਂ ਤੋਂ ਵੀ ਲਿਆ ਸਕਦੇ, ਕੋਈ ਦਿੱਕਤ ਨਹੀਂ ਹੈਗੀ, ਆ ਜਾਣੀ। ਪੰਜਾਬ ਦੇ ਵਿੱਚ 3 ਤਰ੍ਹਾਂ ਦੇ ਬਿੱਲ ਪਹਿਲੇ ਹੀ ਹੈਗੇ ਆ, ਕੰਟਰੈਕਟ ਫਾਰਮਿੰਗ ਵੀ ਹੈਗਾ, ਸਟੋਰੇਜ ਵਾਲਾ ਵੀ ਹੈਗਾ, ਉਹ ਚੱਲੀ ਜਾਂਦੇ ਆ। ਪਰ ਜੇ ਉਹਦੇ ਤੇ ਅਸੀਂ ਅੱਜ ਮੰਨ ਲਓ ਪੰਚਾਇਤੀ ਜ਼ਮੀਨ ਤੇ ਅੱਜ ਅਸੀਂ ਸਾਡੇ ਕੋਲੇ 10 ਏਕੜ ਜ਼ਮੀਨ ਹੈ, ਉਹਦੇ ਤੇ ਅਸੀਂ 20 ਕਰੋੜ ਰੁਪਇਆ ਲਿਆਉਣਾ, ਸਟੋਰੇਜ ਯੂਨਿਟ ਬਣਾਉਣਾ ਹੈ, ਕੁਝ ਪ੍ਰੋਸੈਸਿੰਗ ਯੂਨਿਟ ਲਾਉਣਾ ਹੈ, ਉਹ ਸਾਰਾ ਕੁਝ ਬਿੱਲਾਂ ਦੇ ਰਾਹੀਂ ਆ ਸਕਦਾ ਸੀ, ਇਨਵੈਸਟਮੈਂਟ ਆ ਸਕਦੀ ਸੀ। ਉਹ ਇਨਵੈਸਟਮੈਂਟ ਨਹੀਂ ਸਾਡਾ ਫਾਇਦਾ ਕਰਨਾ ਸੀ, ਬਿਨਾਂ ਬਿੱਲਾਂ ਤੋਂ ਇਨਵੈਸਟਮੈਂਟ ਕਿਵੇਂ ਲੈ ਕੇ ਆਵਾਂਗੇ ਅਸੀਂ? ਜੀ ਪ੍ਰਦੀਪ ਸਾਹਿਬ ਜਿਹੜੇ ਬਿੱਲ ਸੀਗੇ, ਸਰਜੀਤ ਜੀ ਮੈਂ ਰੋਕਣਾ ਚਾਹੂੰਗਾ, ਮੈਂ ਪ੍ਰਦੀਪ ਮਾਨ ਜੀ ਦਾ ਰਿਐਕਸ਼ਨ ਲੈਣਾ ਚਾਹੁੰਦਾ ਹਾਂ, ਉਸ ਤੋਂ ਬਾਅਦ ਇਸ ਤੇ ਮੁੱਦੇ ਤੇ ਗੱਲ ਕਰਾਂਗੇ। ਮੈਂ ਇੱਕ ਵਾਰੀ ਪ੍ਰਦੀਪ ਮਾਨ ਜੀ, ਪ੍ਰਦੀਪ ਜੀ ਜਿਸ ਤਰ੍ਹਾਂ ਮੈਂ ਅਕਾਲੀ ਦਲ ਤੇ ਇੱਕ ਸਵਾਲ ਚੁੱਕਿਆ ਹੈ, ਉਸ ਦੇ ਨਾਲ ਹੀ ਇੱਕ ਕਾਂਗਰਸ ਤੇ ਵੀ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਪਿਛਲੀ ਵਾਰ ਤੁਹਾਡੀ ਸਰਕਾਰ ਸੀ ਤਾਂ ਨਵਜੋਤ ਸਿੰਘ ਸਿੱਧੂ ਦੀ ਰਹਿਨਮਾਈ ਦੇ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ, ਪਰੰਤੂ ਉਹਦਾ ਜਿਹੜਾ ਰੌਲਾ ਰਹਿ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਦੋਂ ਤਕਰਾਰ ਹੋ ਜਾਂਦੀ ਹੈ, ਉਸ ਤੋਂ ਬਾਅਦ ਇਹ ਵੀ ਸਵਾਲਾਂ ਦੇ ਘੇਰੇ ਸਵਾਲਾਂ ਤੱਕ ਹੀ ਸੀਮਿਤ ਰਹਿ ਜਾਂਦੇ ਨੇ। ਕਿਵੇਂ ਵੇਖਦੇ ਹੋ ਕਿ ਅਕਾਲੀ ਦਲ ਵੱਲੋਂ ਕੋਈ ਸਵਾਲ ਇਸ ਤੇ ਨਹੀਂ ਚੁੱਕਿਆ ਗਿਆ, ਜਾਂ ਫਿਰ ਕਾਂਗਰਸ ਵੱਲੋਂ ਵੀ ਇਸ ਤੇ ਕੋਈ ਸਵਾਲ ਨਹੀਂ ਚੁੱਕਿਆ ਗਿਆ, ਸਿਰਫ ਡਾਮਾਡੋਲ ਤਰੀਕੇ ਦੇ ਨਾਲ ਹੀ ਕੋਈ ਪ੍ਰੈਸ਼ਰ ਸੀ, ਦਬਾਅ ਸੀ? ਕਿਵੇਂ ਵੇਖਦੇ ਹੋ? ਨਹੀਂ, ਜਦੋਂ ਕਾਂਗਰਸ ਪਾਰਟੀ ਸਰਕਾਰ ਸੀ, ਨਵਜੋਤ ਸਿੰਘ ਸਿੱਧੂ ਜੀ ਉਸ ਜਿਹੜੀ ਸੀਗੀ ਕਮੇਟੀ ਬਣੀ ਸੀ ਉਹਦੇ ਮੈਂਬਰ ਸੀ, ਤਾਂ ਉਹਨਾਂ ਨੇ ਜਿਹੜੀ ਗੱਲ ਸੀਗੀ ਡਾਕਟਰ ਅਮਰਿੰਦਰ ਸਿੰਘ ਜੀ ਤੱਕ ਰੱਖੀ ਸੀ। ਤਾਂ ਉਹੀ ਗੱਲ ਝਿੰਜਰ ਸਾਹਿਬ ਨੇ ਕਹੀ ਹੈ ਕਿ ਕੈਪਟਨ ਸਾਹਿਬ ਨੇ ਅੱਗੇ ਜਦੋਂ ਡਿਪਾਰਟਮੈਂਟਸ ਨੂੰ ਜਿਹੜੇ ਪ੍ਰਿੰਸੀਪਲ ਸੈਕਟਰੀ ਨੂੰ ਹਦਾਇਤਾਂ ਦੇਣੀਆਂ ਹੁੰਦੀਆਂ ਨੇ ਤਾਂ ਵਿੱਚ ਇਨਵੋਲਵੇਸ਼ਨ ਆ ਜਾਂਦੀ ਹੈ, ਕੋਰਟਸ ਦੇ ਮਾਮਲੇ ਆ ਜਾਂਦੇ ਨੇ ਵਿੱਚ, ਤਾਂ ਕਈ ਜ਼ਮੀਨਾਂ ਅਲਾਟਮੈਂਟ ਹੋਈਆਂ ਨੇ, ਕਈਆਂ ਦੇ ਵਿੱਚ ਆ ਹੁੰਦਾ ਫਿਰ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਮਤਾ ਲੈ ਕੇ ਆ ਜਾਂਦੀਆਂ ਨੇ। ਪਰ ਗੱਲ ਸੱਚ ਦੀ ਇਹ ਆ ਵੀ ਜਿਹੜੀ ਗੱਲ ਸੱਚ ਦੀ ਆ, ਸਿੱਧੂ ਸਾਹਿਬ ਨੇ ਕਿਹਾ ਸੀ ਤਾਂ ਪੰਚਾਇਤੀ ਰਾਜ ਨੂੰ ਆਪਾਂ ਮਜ਼ਬੂਤ ਤਾਂ ਕਰਨਾ ਹੀ ਆ ਨਾ। ਜੇ ਆਪਾਂ ਨੇ ਆਪਣੇ ਪੰਜਾਬ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਜਿਹੜੀਆਂ ਤਾਕਤਾਂ ਨੇ ਆਪਾਂ ਨੂੰ ਪੰਚਾਂ ਨੂੰ ਦੇਣੀਆਂ ਪੈਣਗੀਆਂ ਤਾਂ ਕਿ ਉਹ ਆਪਣੇ ਲੈਵਲ ਤੇ ਕੰਮ ਕਰ ਸਕਣ। ਇਸ ਪਾਸੇ ਵੀ ਧਿਆਨ ਦਿੱਤਾ ਜਾ ਸਕੇ। ਸਰਕਾਰ ਮੇਨ ਗੱਲ ਇਹੀ ਹੈ, ਗਿੱਲ ਸਾਹਿਬ ਨੇ ਕਹੀ ਹੈ ਕਿ ਆਪਾਂ ਜ਼ਮੀਨਾਂ ਤਾਂ ਹੁਣ ਵੀ ਲੈ ਰਹੀ ਹੈ ਸਰਕਾਰ, ਚੰਗਾ ਉਪਰਾਲਾ ਵੀ ਕਰ ਰਹੀ ਹੈ, ਆਪਾਂ ਸ਼ਲਾਘਾ ਵੀ ਕਰ ਰਹੇ ਹਾਂ। ਉਹਦੀ ਵੀ ਕਿਹਾ ਕਿ ਉਹਦੀ ਪਾਲਿਸੀ ਜ਼ਮੀਨਾਂ ਜਿਹੜੀਆਂ ਪਾਲਿਸੀ ਦਾ ਬਣਾਈ ਜਾਵੇ, ਕੋਈ ਬਲੂ ਪ੍ਰਿੰਟ ਦਿਖਾਉਂਦੇ, ਰੋਡ ਮੈਪ ਲੈ ਕੇ ਆਉਂਦੇ ਕਿ ਇਹ ਜ਼ਮੀਨਾਂ ਇੱਥੋਂ ਲੈ ਕੇ ਆਹ ਪਰਟੀਕੂਲਰ ਚੀਜ਼ ਦੇ ਲਈ ਅਸੀਂ ਯੂਜ਼ ਕਰਾਂਗੇ, ਜਾਂ ਉੱਥੇ ਕੋਈ ਇੰਡਸਟਰੀ ਲਾਈ ਜਾਊਗੀ, ਜਾਂ ਉਹ ਜ਼ਮੀਨ ਸਾਰਾ ਠੇਕੇ ਤੇ ਦਿੱਤੀ ਜਾਊਗੀ, ਜਾਂ ਕੋਈ ਉੱਥੇ ਡਿਵਰਸੀਫਿਕੇਸ਼ਨ ਕਰਕੇ ਆਪਾਂ ਕਣਕ ਝੋਨਾ ਛੱਡ ਕੇ ਕੋਈ ਸਬਜ਼ੀ ਬੀਜਣੀ ਆ, ਜਾਂ ਕੋਈ ਕਲਸਟਰ ਬੇਸ ਉੱਤੇ ਖੇਤੀ ਕਰਨੀ ਆ। ਕੋਈ ਉਹਦਾ ਰਾਹ ਤਾਂ ਦੱਸਣ ਵੀ ਹਾਂਜੀ ਜ਼ਮੀਨਾਂ ਉਹਨਾਂ ਨੇ ਕਬਜ਼ੇ 'ਚ ਲਈਆਂ ਹੋਈਆਂ ਨੇ, ਠੀਕ ਹੈ ਜੀ, ਉਹ ਤੋਂ ਇਨਕਮ ਜਨਰੇਟ ਹੋਰ ਕਿਵੇਂ ਹੋਏਗੀ? ਜਾਂ ਕੱਲੀ ਠੇਕੇ ਤੇ ਜਾ ਕੇ ਜ਼ਮੀਨਾਂ ਪਿੰਡਾਂ 'ਚ ਸਾਡੇ ਇਹੋ ਜਿਹੀਆਂ ਨੇ ਉੱਥੇ ਮੋਟਰਾਂ ਨਹੀਂ ਹੈ, ਕਈਆਂ ਦਾ ਤਾਂ 13,000 ਰੁਪਇਆ ਠੇਕਾ, ਨਹੀਂ ਤਾਂ 60,000 ਰੁਪਇਆ ਠੇਕਾ। ਹੋਰ ਦਿੱਕਤਾਂ ਨੇ ਵਿੱਚ, ਕਈ ਉਪਜਾਊ ਜ਼ਮੀਨ ਹੈ, ਕੋਈ ਘੱਟ ਉਪਜਾਊ ਜ਼ਮੀਨ ਹੈ, ਕਿਤੇ ਆਲੂ ਲੱਗ ਸਕਦੇ ਨੇ, ਕਿਤੇ ਜੀਰੀ ਲੱਗ ਸਕਦੀ ਹੈ, ਕਿਤੇ ਪਾਣੀ ਨਹੀਂ ਹੈ, ਕਿਤੇ ਨਹਿਰੀ ਪਾਣੀ ਲੱਗਦਾ, ਬਹੁਤ ਸਾਰੀਆਂ ਵੀ ਦਿੱਕਤਾਂ ਆਉਣੀਆਂ ਨੇ ਹਲੇ। ਇਹ ਸਾਰਿਆਂ ਦਾ ਰੋਡ ਮੈਪ ਬਣਾਉਣਾ ਚਾਹੀਦਾ ਸੀ ਕਿ ਅਸੀਂ ਇਹ ਜ਼ਮੀਨ ਜਿਹੜੀ ਲੈ ਕੇ ਆ ਰਹੇ ਹਾਂ, ਇਹ ਜ਼ਮੀਨ ਇਸ ਪਰਪਸ ਲਈ ਯੂਜ਼ ਕਰਾਂਗੇ ਜਾਂ ਇਸ ਲਈ ਕਰਾਂਗੇ। ਮੰਨਦੇ ਹੋ ਕਿ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਇਹ ਕਾਰਗੁਜ਼ਾਰੀ ਨਹੀਂ ਹੋ ਪਾਈ? ਮੰਨਦੇ ਹੋ ਇਸ ਗੱਲ ਨੂੰ? ਦੇਖੋ ਸਰਕਾਰ 'ਚ ਕਿਤੇ ਨਾ ਕਿਤੇ ਕਮੀ ਨਹੀਂ ਹੈ, ਕਿਤੇ ਨਾ ਕਿਤੇ ਡਿਪਾਰਟਮੈਂਟ
ਡਿਵੈਲਪਮੈਂਟ ਦੀ ਜਾਂ ਕਿ ਕੋਆਰਡੀਨੇਸ਼ਨ ਦੇ ਵਿੱਚ ਕਮੀ ਹੋਏਗੀ। ਸਰਕਾਰਾਂ ਪਾਵਰਫੁਲ ਹੁੰਦੀਆਂ ਨੇ, ਮੈਂ ਨਹੀਂ ਕਹਦਾ, ਪਰ ਜਦੋਂ ਮਾਨਯੋਗ ਅਦਾਲਤਾਂ ਆ ਜਾਣ, ਜਾਂ ਦੇਖੋ ਪੰਚਾਇਤੀ ਰਾਜ ਇੱਕ ਬਹੁਤ ਵੱਡਾ ਮਹਿਕਮਾ, ਉਹਦੇ ਵਿੱਚ ਮਤੇ ਹੁੰਦੇ ਨੇ, ਕੋਈ ਐ ਨਹੀਂ ਕਿ ਕਿਸੇ ਨੂੰ ਆਪਾਂ ਜ਼ਮੀਨ ਦੇ ਦਈਏ, ਬੋਲੀ ਕਰ ਦਈਏ। ਰਜਿਸਟਰ ਦੇ ਵਿੱਚ ਮਤੇ ਆਪਾਂ ਲਿਖਦੇ ਆ, ਮਤਾ ਲਿਖ ਕੇ ਉਹਨੂੰ ਤੁਸੀਂ ਕੋਰਟ ਜਾ ਸਕਦੇ ਹੋ। ਕੱਲ ਨੂੰ ਤੁਸੀਂ ਕਿਸੇ ਨੂੰ ਜ਼ਮੀਨ ਦੇਤੀ, ਮਤਾ ਲਿਖ ਕੇ ਪੰਚਾਇਤ ਦੇ ਮੋਹਰ ਲਾਤੀ, ਸਰਪੰਚ ਨੇ, ਸਾਰੀ ਪੰਚਾਇਤ ਸਹਿਮਤ ਹੈ, ਕੱਲ ਨੂੰ ਤੁਸੀਂ ਉਹ ਜ਼ਮੀਨ ਛਡਾਉਣੇ, ਉਹਨੂੰ 5 ਸਾਲ ਲਈ ਦੇਤੀ, ਜੇ ਕੋਈ ਉਹਨੂੰ ਮਹਿਕਮਾ ਬੰਦ, ਉਹ ਕੋਰਟ ਚਲੇ ਜਾਂਦਾ। ਜਦੋਂ ਵਿੱਚ ਕੋਰਟ ਆ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਆ ਕੇ ਸਰਕਾਰ ਨੂੰ ਥੋੜਾ ਇੱਕ ਬੈਕ ਸਟੈਪ ਲੈਣਾ ਪੈਂਦਾ, ਤਾਂ ਜਿਹੜਾ ਕੋਰਟ ਦਾ ਬੰਦਾ ਸਰਕਾਰ। ਮੈਂ ਚੀਮਾ ਸਾਹਿਬ ਕੋਲ ਜਾਣਾ ਚਾਹੁੰਦਾ। ਚੀਮਾ ਸਾਹਿਬ, ਦੋਨੋਂ ਪਾਰਟੀਆਂ ਨੇ ਇੱਕ ਤਰੀਕੇ ਦਾ ਪੱਲਾ ਝਾੜ ਲਿਆ। ਦੋਨੋਂ ਪਾਰਟੀਆਂ ਕਹਿੰਦੀਆਂ ਨੇ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ, ਟ੍ਰਿਬਿਊਨਲ ਬਣਿਆ, ਉਦੋਂ ਵੀ ਇਹਦਾ ਮਸਲੇ ਦਾ ਹੱਲ ਨਹੀਂ ਹੋਇਆ। ਨਵਜੋਤ ਸਿੰਘ ਸਿੱਧੂ ਕਮੇਟੀ ਦੇ ਮੈਂਬਰ ਬਣਾਏ ਜਾਂਦੇ ਨੇ, ਉਦੋਂ ਵੀ ਇਹ ਮਸਲੇ ਦਾ ਹੱਲ ਨਹੀਂ ਹੋਇਆ। ਮੁੱਦਾ ਬਹੁਤ ਸੰਜੀਦਗੀ ਹੈ, ਦੋਨਾਂ ਸਰਕਾਰਾਂ ਵੱਲੋਂ ਕੋਈ ਸਟੈਪ ਨਹੀਂ ਪੁੱਟਿਆ ਗਿਆ। ਹੁਣ ਸਵਾਲ ਖੜੇ ਹੋ ਰਹੇ ਨੇ, ਕਿਵੇਂ ਵੇਖਦੇ ਹੋ ਕਿ ਸਿਰਫ ਜਿਵੇਂ ਬੀਜੇਪੀ ਦੇ ਬੁਲਾਰੇ ਨੇ ਕੁਲਦੀਪ ਧਾਲੀਵਾਲ ਜੀ, ਉਹਨਾਂ ਵੱਲੋਂ ਤਾਂ ਕਿਹਾ ਗਿਆ ਕਿ ਅਸੀਂ ਬਿੱਲ ਲੈ ਕੇ ਆ ਰਹੇ ਸੀ, ਜਿਸ ਦਾ ਕਿਸਾਨਾਂ ਵੱਲੋਂ ਸਿੱਧੇ ਤੌਰ ਤੇ ਵਿਰੋਧ ਕੀਤਾ ਗਿਆ। ਕਿਉਂ ਨਹੀਂ ਸਮਝਾ ਪਾਏ ਉਸ ਸਮੇਂ ਉਹਨਾਂ ਕਿਸਾਨਾਂ ਨੂੰ? ਕਿਉਂ ਨਹੀਂ ਉਹ ਉਸ ਸਮੇਂ ਪੋਲੀਟੀਕਲ ਐਕਸਪਰਟ ਨੂੰ ਸਮਝਾ ਪਾਏ? ਕਿਵੇਂ ਵੇਖਦੇ ਹੋ ਕਿ ਸਿਰਫ ਇੱਕ ਸਿਆਸੀ ਤੌਰ ਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਾਂ ਐਕਸ਼ਨ ਮੂਡ ਦੇ ਵਿੱਚ ਵੀ ਸੀ ਇਹ? ਦੇਖੋ ਜੀ, ਹਰ ਗਵਰਨਮੈਂਟ ਦੀ ਆਪਣੀ ਆਪਣੀ ਪ੍ਰਾਇੋਰਟੀ ਹੁੰਦੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਕਾਲੀ ਤੇ ਕਾਂਗਰਸ ਗਵਰਨਮੈਂਟਾਂ ਨੇ ਇਸ ਚੀਜ਼ ਨੂੰ ਇੱਕ ਪ੍ਰਾਇੋਰਟੀ ਨਹੀਂ ਸਮਝਿਆ। ਜਿੰਨੀ ਉਹਨੂੰ ਇੰਪੋਰਟੈਂਸ ਦੇਣੀ ਚਾਹੀਦੀ ਸੀ ਉਹ ਨਹੀਂ ਮਿਲੀ। its due importance has not been given to this issue। ਔਰ ਕਿਉਂਕਿ ਉਹਨਾਂ ਦੇ ਆਪਣੇ ਬੰਦੇ, ਉਹਨਾਂ ਨੂੰ ਉਹ ਪ੍ਰੋਟੈਕਸ਼ਨ ਦੇ ਕੇ ਉਹ ਇਨਕਰੇਜਮੈਂਟ ਕਿਵੇਂ ਮਿਲਦੀ ਹੈ, ਲੈਂਡ ਕਿਵੇਂ ਹੁੰਦੀ ਹੈ ਕਬਜ਼ਾ, ਕਿਵੇਂ ਇੱਕ ਆਰਡੀਨਰੀ ਆਦਮੀ ਜਿਹੜਾ ਹੈ, ਲਾ ਅਬਾਈਡਿੰਗ ਸਿਟੀਜ਼ਨ, ਪਿੰਡ ਦਾ ਬੰਦਾ ਕੋਈ ਅਨਪੜ੍ਹ ਜਾਂ ਦੂਜਾ, ਉਹ ਕਿਵੇਂ ਕਿਸੇ ਜ਼ਮੀਨ ਦੇ ਉੱਤੇ ਕਬਜ਼ਾ ਕਰ ਲੈਂਦਾ ਗਵਰਨਮੈਂਟ ਦੀ ਜ਼ਮੀਨ ਦੇ ਉੱਤੇ, ਜਿੰਨਾ ਚਿਰ ਉਹਨੂੰ ਪੋਲੀਟੀਕਲ ਪ੍ਰੋਟੈਕਸ਼ਨ ਨਾ ਹੋਏ। ਇਸ ਕਰਕੇ ਇਹ ਹਮਾਮ ਦੇ ਵਿੱਚ ਸਾਰੇ ਨੰਗੇ ਨੇ। ਇਹਨਾਂ ਸਾਰੇ ਪੋਲੀਟੀਕਲ ਪਾਰਟੀ ਦੇ ਆਪਣੇ ਆਪਣੇ ਏਜੰਡਾ ਸਨ, ਇਹਨਾਂ ਦੇ ਆਪਣੇ ਆਪਣੇ ਬੰਦਿਆਂ ਨੇ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੈ ਔਰ ਇਹਨਾਂ ਦੀ ਮਰਜ਼ੀ ਨਾਲ ਕੀਤਾ ਹੈ ਜੀ। ਹੁਣ ਜਿਹੜੀ ਦੂਜੀ ਗੱਲ ਹੈ ਬਿੱਲਾਂ ਦੀ, ਮੇਰਾ ਖਿਆਲ ਹੈ ਬਿੱਲਾਂ ਨੂੰ ਇਹਦੇ ਵਿੱਚ ਇਨਵੋਲਵ ਕਰਕੇ ਜੇ ਤੁਹਾਡੀ ਨੀਅਤ ਠੀਕ ਹੈ ਤੇ ਕੋਈ ਵੀ ਕੰਮ ਕਰਨਾ ਚਾਹੋ, ਤੁਹਾਡੇ ਕੋਲ ਆਪ ਜਿਹੜਾ ਪੰਜਾਬ ਪੰਚਾਇਤ ਰਾਜ ਐਕਟ ਹੈ 1994 ਦਾ, ਤੇ ਉਦੋਂ ਪਹਿਲਾਂ ਦੇ ਜਿਹੜੇ ਐਕਟ ਨੇ 5-6, ਮੈਂ ਇੱਕ 51 ਚ, ਫਿਰ 66 ਚ ਆਇਆ, ਫਿਰ 76 ਚ ਆਇਆ, ਉਹਨਾਂ ਸਾਰਿਆਂ ਦੇ ਵਿੱਚ ਇੰਨੀਆਂ ਪਾਵਰਸ ਨੇ ਕਿ ਉਹ ਪੰਚਾਇਤ ਜਿਹੜੀ ਹੈ ਇੰਨਾ ਕੁਝ ਕਰ ਸਕਦੀ ਹੈ, ਈਵਨ ਕ੍ਰਿਮੀਨਲ ਕੇਸ ਦਰਜ ਕਰ ਸਕਦੀ ਹੈ, ਸਭ ਕੁਝ ਪਾਵਰਸ ਹੈ ਨੇ। ਪਰ ਜੇ ਨੀਅਤ ਹੀ ਖਰਾਬ ਹੋਏ ਤੇ ਫਿਰ ਉਹ ਸਾਰੀਆਂ ਪਾਵਰ ਜਾਂ ਅਥਾਰਟੀ ਨੂੰ ਕਿਵੇਂ ਇਸਤੇਮਾਲ ਕੀਤਾ ਜਾਏਗਾ। ਦੂਜਾ ਜਿਹੜਾ ਕੋਰਟ ਦੀ ਗੱਲ ਹੈ, ਹੋ ਸਕਦਾ 5-10% ਜ਼ਮੀਨ ਜਿਹੜੀ ਹੈ ਕੋਰਟਾਂ ਦੇ ਵਿੱਚ ਕੇਸਿਸ ਵਿੱਚ ਵੀ ਹੋਏਗੀ, ਮੈਂ ਮੰਨਦਾ ਇਹ ਗੱਲ ਜ਼ਰੂਰੀ ਇਸ ਤਰ੍ਹਾਂ ਹੁੰਦਾ ਹੈ। ਪਰ ਇੱਕ ਵਾਰੀ ਜੇ ਗਵਰਨਮੈਂਟ ਇਹ ਡਿਸਾਈਡ ਕਰ ਲੇ ਵੀ ਅਸੀਂ ਇਹ ਕੇਸਿਸ ਕੋਰਟ ਦੇ ਵਿੱਚੋਂ ਵਿਡਰਾ ਕਰ ਲਾਂਗੇ, ਕੇਸ ਵਿਡਰਾ ਹੋ ਜਾਣਗੇ, ਸਭ ਕੁਝ ਹੋ ਸਕਦਾ ਹੈ ਜੇ ਨੀਅਤ ਠੀਕ ਹੋਏ। ਔਰ ਮੈਂ ਸਮਝਦਾ ਕਿ ਇਸ ਵੇਲੇ ਇਸ ਗਵਰਨਮੈਂਟ ਨੂੰ, ਜਦੋਂ ਵੀ ਕੋਈ ਵੀ ਗਵਰਨਮੈਂਟ ਕੋਈ ਅੱਛਾ ਸਟੈਪ ਲੈਂਦੀ ਹੈ, ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਹਿਲਾਂ ਮੈਂ ਕਈ ਵਾਰੀ ਤੁਹਾਡੇ ਚੈਨਲ ਤੇ ਆਇਆ ਤੇ ਆਪ ਦਾ ਕੋਈ ਵੀ ਆਦਮੀ ਨਹੀਂ ਇੱਥੇ ਹੁੰਦਾ ਰਿਹਾ। ਮੇਰਾ ਖਿਆਲ ਸੀ ਕਿ ਅੱਜ ਇਹੋ ਜਿਹਾ ਇਸ਼ੂ ਹੈ ਕਿ ਸ਼ਾਇਦ ਉਹਨਾਂ ਨੂੰ ਆਉਣਾ ਚਾਹੀਦਾ ਸੀ ਕਿਸੇ ਨੂੰ, ਉਹਦੇ ਬਾਵਜੂਦ ਕੋਈ ਰੀਜ਼ਨ ਹੋਏਗਾ ਕਿ ਉਹ ਨਹੀਂ ਆ ਸਕੇ ਜਾਂ ਕੋਈ ਨਹੀਂ ਜਵਾਬ ਦੇਣ ਦੀ ਉਹਨਾਂ ਕੋਲ ਕੈਪੈਸਿਟੀ ਹੈ ਇਸ ਵੇਲੇ। ਪਰ ਮੈਂ ਸਮਝਣਾ ਵੀ ਥੋੜਾ ਵੇਟ ਕਰਨਾ ਚਾਹੀਦਾ ਹੈ। ਔਰ ਇਹ ਤੁਸੀਂ ਪ੍ਰਦੀਪ ਮਾਨ ਜੀ ਕਿਵੇਂ ਕਹਿੰਦੇ ਨੇ ਇਹਨਾਂ ਕੋਲ ਬਲੂ ਪ੍ਰਿੰਟ ਨਹੀਂ, ਇਹਨਾਂ ਕੋਲ ਦੇਖੋ ਆ ਹੁਣ ਜਦੋਂ ਨਵਜੋਤ ਸਿੱਧੂ ਫਿਰ ਮਿਲਿਆ ਹੈ ਭਗਵੰਤ ਮਾਨ ਨੂੰ, ਆਈ ਹੈਵ ਨੋ ਡਾਊਟ ਕਿ ਇਹਨਾਂ ਕੋਲ ਇੱਕ ਅੱਛਾ ਬਲੂ ਪ੍ਰਿੰਟ ਤੇ ਇੱਕ ਪਾਲਿਸੀ ਸਟੇਟਮੈਂਟ ਬਣ ਰਹੀ ਹੈ, ਡਿਵੈਲਪ ਹੋ ਰਹੀ ਹੈ ਔਰ ਹੋ ਜਾਏਗੀ ਔਰ ਦਿਖਾਈ ਜਾਏਗੀ ਸਾਰਿਆਂ ਨੂੰ। ਮੈਨੂੰ ਬਹੁਤ, ਮੈਂ ਆਪਟੀਮਿਸਟਿਕ ਹਾਂ ਇਸ ਇਸ਼ੂ ਦੇ ਉੱਤੇ ਕਿ ਇਹ ਜਲਦੀ ਤੋਂ ਜਲਦੀ ਪੰਜਾਬ ਦੇ, ਮੇਰਾ ਖਿਆਲ ਹੈ, ਹਾਲਾਤ ਸੁਧਾਰਨ ਵਾਲ ਇੱਕ ਬੜਾ ਅੱਛਾ ਸਟੈਪ ਹੈ ਐਂਡ ਵੀ ਸ਼ੁੱਡ ਆਲ ਵੈਲਕਮ ਇਟ। ਅਗਲਾ ਸਵਾਲ ਮੈਂ ਸਾਰਿਆਂ ਨੂੰ ਲੈ ਕੇ ਰੱਖਣਾ ਚਾਹੁੰਦਾ ਹੈ ਕਿ ਖਾਸ ਕਰਕੇ ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ ਮੋਹਾਲੀ ਦੀ ਜ਼ਮੀਨਾਂ ਨੂੰ ਲੈ ਕੇ। ਠੀਕ ਹੈ, ਜੋ ਪਿਛਲੀ ਸਰਕਾਰਾਂ ਦੇ ਵਿੱਚ ਤੁਸੀਂ ਨਹੀਂ ਕਰ ਪਾਏ, ਠੀਕ ਹੈ, ਮੰਨਦੇ ਹਾਂ ਕੁਝ ਕਮੀਆਂ ਰਹਿ ਗਈਆਂ ਹੋਣਗੀਆਂ, ਪਰੰਤੂ ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜੇ 15 ਪਿੰਡਾਂ ਦਾ ਮੈਂ ਜ਼ਿਕਰ ਵੀ ਕਰ ਸਕਦਾ ਹਾਂ ਤੇ ਉਹਨਾਂ ਦਾ ਡੇਟਾ ਵੀ ਤੁਹਾਡੇ ਨਾਲ ਮੈਂ ਸਾਂਝਾ ਕਰ ਸਕਦਾ, ਪਰੰਤੂ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਉਹ 15 ਪਿੰਡਾਂ ਦੇ ਵਿੱਚ ਜਿਸ ਤਰ੍ਹਾਂ 2585 ਏਕੜ ਕੁੱਲ ਹੈ, 2435 ਰਕਬਾ ਨਜਾਇਜ਼ ਪੰਚਾਇਤੀ ਜ਼ਮੀਨ ਦਾ ਕਬਜ਼ਾ ਕੀਤਾ ਹੈ। ਵੱਖੋ ਵੱਖ ਰਸੂਖਵਾਨ ਨੇ, ਵੱਡੇ ਲੀਡਰਾਂ ਦੇ ਨਾਮ ਵੀ ਬੋਲਦੇ ਨੇ ਤੇ ਵੱਡੇ ਜੱਜਾਂ ਤੋਂ ਲੈ ਕੇ ਵਕੀਲਾਂ ਤੇ ਪੁਲਿਸ ਅਫਸਰਾਂ ਦੇ ਨਾਮ ਵੀ ਉਹਦੇ ਵਿੱਚ ਬੋਲਦੇ ਨੇ, ਜੋ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ
ਤੇ ਹਰ ਤਰੀਕੇ ਦਾ ਮੀਡੀਆ ਉਹਨੂੰ ਅੱਗੇ ਰੱਖੇਗਾ। ਤੇ ਇਹਨੂੰ ਲੈ ਕੇ ਹੁਣ ਮੁੱਦਾ ਚੁੱਕੋਗੇ, ਮਾਨ ਸਰਕਾਰ ਨੂੰ ਘੇਰੋਗੇ, ਮਾਨ ਸਰਕਾਰ ਦੀ ਜੋ ਕਾਰਗੁਜ਼ਾਰੀ ਹੈ ਉਸ ਤੇ ਸਵਾਲ ਜਿਵੇਂ ਤੁਸੀਂ ਪਹਿਲਾਂ ਵੀ ਚੱਕਦੇ ਆਏ ਹੋ ਕਿ ਉਸ ਤੇ ਸਵਾਲ ਚੁੱਕਿਆ ਜਾਏਗਾ। ਹਾਲਾਂਕਿ 31 ਮਈ ਦਾ ਟਾਈਮ ਦਿੱਤਾ ਗਿਆ ਮਾਨ ਵੱਲੋਂ ਕਿ 31 ਮਈ ਤੱਕ ਜਾਂ ਤਾਂ ਜ਼ਮੀਨਾਂ ਨੂੰ ਛੱਡ ਦਿੱਤਾ ਜਾਵੇ ਜਾਂ ਪਰਚੇ ਤੇ ਖਰਚਿਆਂ ਦੇ ਲਈ ਤਿਆਰ ਰਿਹਾ ਜਾਵੇ। ਜੇਕਰ ਇਹ ਮੋਹਾਲੀ ਦੀ ਜ਼ਮੀਨ ਦੀ ਹੀ ਗੱਲ ਕੀਤੀ ਜਾਵੇ ਕਿ ਇਸ ਤੇ ਤੁਸੀਂ ਮੁੱਦਾ ਚੱਕੋਗੇ, ਘੇਰੋਗੇ ਆਮ ਆਦਮੀ ਪਾਰਟੀ ਨੂੰ। ਗਵਰਨਰ ਨਾਲ ਦੇ ਮੀਟਿੰਗਾਂ ਕਰ ਚੁੱਕੀ ਹੈ, ਬੀਜੇਪੀ ਵੀ ਕਰ ਚੁੱਕੀ ਹੈ, ਪ੍ਰਦੀਪ ਮਾਨ ਜੀ ਕਾਂਗਰਸ ਤੋਂ ਤੇ ਉਹਨਾਂ ਦੀ ਪਾਰਟੀ ਵੱਲੋਂ ਵੀ ਜਾ ਚੁੱਕੇ ਨੇ, ਸੁਖਬੀਰ ਸਿੰਘ ਬਾਦਲ ਵੀ ਮਿਲ ਚੁੱਕੇ ਨੇ। ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਇਸ ਦੀ ਸਥਿਤੀ ਉਹਨਾਂ ਦੇ ਨਾਲੋਂ ਸਪਸ਼ਟ ਕੀਤੀ ਹੈ ਕਿ ਇਹਨਾਂ ਜ਼ਮੀਨਾਂ ਨੂੰ ਲੈ ਕੇ ਹੁਣ ਅੱਗੇ ਇਸ ਮੁੱਦੇ ਤੇ ਵੱਡੇ ਅਧਿਕਾਰੀਆਂ ਦੇ ਨਾਲ ਜਾਂ ਵੱਡੇ ਸਿਆਸਤਦਾਨਾਂ ਦੇ ਨਾਲ ਜਾਂ ਵੱਡੇ ਲੈਵਲ ਦਾ ਜੋ ਵੀ ਸੰਘਰਸ਼ ਰਮਣਾ ਪਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੇ ਬੀਜੇਪੀ ਇਹਦੇ ਵਿੱਚ ਇਨਵੋਲਵਮੈਂਟ ਦਿਖਾਏਗੀ, ਪੰਜਾਬ ਦੇ ਲਈ ਸੁਹਿਰਦ ਲੱਗੇਗੀ। ਸਰਬਜੀਤ ਦੀ ਸਭ ਤੋਂ ਪਹਿਲਾ ਰਿਐਕਸ਼ਨ ਤੁਹਾਡੇ ਤੋਂ। ਸਰ ਜੀ ਤੁਸੀਂ ਸੁਣ ਰਹੇ ਹੋ ਸਰਬਜੀਤ ਜੀ? ਸੋ ਕੋਈ ਤਕਨੀਕੀ ਕਾਰਨ ਉਹਨਾਂ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਰਹੀ। ਕੁਲਦੀਪ ਧਾਲੀਵਾਲ ਜੀ ਤੋਂ ਪੁੱਛਾਂਗਾ। ਕੁਲਦੀਪ ਧਾਲੀਵਾਲ ਜੀ ਕੀ ਸਪਸ਼ਟੀਕਰਨ ਦੇ ਰਹੇ ਹੋ, ਉਸ ਤੇ ਕੀ ਰਿਐਕਸ਼ਨ ਦੇ ਰਹੇ ਹੋ? ਉਸ ਤੇ ਦੇਖੋ, ਇਹ ਜਿਹੜਾ ਮੁੱਦਾ ਹੈਗਾ ਇਹਦੇ ਤੇ ਜਿਵੇਂ ਤੁਸੀਂ ਮੁਹਾਲੀ ਦੀ ਗੱਲ ਕੀਤੀ ਹੈ, ਪਹਿਲਾਂ ਸਭ ਤੋਂ ਇਹਦੇ ਤੋਂ ਦੇਖਣ ਵਾਲੀ ਗੱਲ ਤਾਂ ਇੰਨੀ ਕੀ ਹੈ ਕਿ ਇਹਦੇ ਤੇ ਕਾਨੂੰਨੀ ਅੜਚਨਾ ਕਿੰਨੀ ਹੈ, ਕੀ ਸਰਕਾਰ ਸਾਰੇ ਨੂੰ ਕਰ ਪਾਏਗੀ, ਉਹ ਇੱਕ ਗੱਲ ਹੈ। ਸਾਡੇ ਵੱਲੋਂ ਤਾਂ ਅਸੀਂ ਤਾਂ ਸਵਾਗਤ ਕਰ ਚੁੱਕੇ ਹਾਂ ਸਾਰੀਆਂ, ਕਿਉਂਕਿ ਮੈਂ ਤਾਂ ਜਿਵੇਂ ਤੁਹਾਨੂੰ ਦੱਸਿਆ ਇਕੱਲੀ ਇਹੀ ਨਹੀਂ, ਅਸੀਂ ਤਾਂ ਗੋਚਰ ਭੂਮੀ ਦਾ ਮੁੱਦਾ ਵੀ ਉਠਾਉਣ ਵਾਲੇ ਆ ਕਿ ਗੋਚਰ ਭੂਮੀ ਜਿੰਨੀ ਹੈਗੀ ਹੈ ਉਹ ਵੀ ਜੇ ਸਰਕਾਰ ਹੁਣ ਚੱਲ ਹੀ ਪਈ ਹੈ ਤੇ ਲੋਕਾਂ ਦਾ ਵੀ ਜਿਹੜਾ ਸਮਰਥਨ ਹੈ, ਮੇਰੇ ਖਿਆਲ ਚ ਇਦੋਂ ਜ਼ਿਆਦਾ ਸਮਰਥਨ ਕਦੇ ਸਰਕਾਰ ਨੂੰ ਮਿਲਣਾ ਨਹੀਂ ਜਿੰਨਾ ਹੁਣ ਮਿਲਿਆ ਹੋਇਆ। ਜੇ ਅੱਜ ਨਾ ਹੋ ਸਕਿਆ ਤੇ ਹੋਣਾ ਨਹੀਂ। ਇਹਦੇ ਤੇ ਬਲੇਮਬਾਜ਼ੀ ਨਹੀਂ ਮੈਂ ਕਰਨਾ ਚਾਹੁੰਦਾ ਕਿ ਕਿਸੇ ਦੀ ਪਹਿਲਾਂ ਪਾਰਟੀ ਦੀ ਸਰਕਾਰ ਸੀ ਉਹਦਾ ਨਹੀਂ ਸੀ ਜਾਂ ਇਹਨਾਂ ਨੂੰ ਕ੍ਰੈਡਿਟ ਮਿਲ ਜੂਗਾ। ਜੇ ਮਿਲ ਜੂਗਾ ਤਾਂ ਚੱਲ ਕੋਈ ਗੱਲ ਨਹੀਂ ਭਾਈ, ਮਿਲਣਾ ਵੀ ਚਾਹੀਦਾ, ਪਰ ਪੰਜਾਬ ਦਾ ਫਾਇਦਾ ਤਾਂ ਹੋ ਜੂਗਾ ਨਾ। ਆਪਾਂ ਪੰਜਾਬੀ ਹੋਣ ਦੇ ਨਾਤੇ ਆਪਦੀ ਗੱਲ ਨੂੰ ਸੋਚੀਏ ਤਾਂ ਉਹਦੇ ਚ ਅਸੀਂ ਤਾਂ ਉਸ ਪਾਸੇ ਨੂੰ ਜਾਵਾਂਗੇ ਵੀ ਛੁੱਟਣੀ ਚਾਹੀਦੀ ਹੈ, ਕੋਈ ਮਰਜ਼ੀ ਹੋਵੇ। ਜੇ ਕੋਈ ਸਾਡਾ ਬੰਦਾ ਹੋਵੇ ਅਸੀਂ ਤਾਂ ਉਹਨੂੰ ਪਛਾਣ ਨੂੰ ਖਿੱਚਾਂਗੇ ਵੀ ਪਿੱਛੇ ਹਟ ਜਾ ਬਾਈ, ਆਪ ਛੱਡ ਕੇ ਆ ਜੀ। ਤੋ ਇਸ ਮੇਰੇ ਖਿਆਲ ਦਾ ਇਹਨੂੰ ਕਰਨਾ ਇਹ ਤਾਂ ਵੱਲੋਂ ਜਾਂ ਸਾਡੀ ਪਾਰਟੀ ਵੱਲੋਂ ਇਸ ਤਰ੍ਹਾਂ ਦਾ ਕੋਈ ਦਿਸ਼ਾ ਨਹੀਂ ਜੀ। ਪ੍ਰਦੀਪ ਮਾਨ ਜੀ ਕੀ ਰਿਐਕਸ਼ਨ ਦੇ ਰਹੇ ਹੋ, ਕਿਵੇਂ ਦੇਖ ਰਹੇ ਹੋ ਜੋ ਮੈਂ ਸਵਾਲ ਪੁੱਛਿਆ ਇਸ ਤੇ? ਕੁਲਦੀਪ ਧਾਲੀਵਾਲ ਜੀ ਵੱਲੋਂ ਤਾਂ ਸਿੱਧਾ ਸਵਾਗਤ ਵੀ ਕਰ ਦਿੱਤਾ ਗਿਆ ਹੈ। ਕਾਂਗਰਸ ਘੇਰੇਗੀ ਆਮ ਆਦਮੀ ਪਾਰਟੀ ਨੂੰ, ਹਾਲਾਂਕਿ ਵਿਰੋਧੀ ਧਿਰ ਦੇ ਵਿੱਚੋਂ ਤੁਸੀਂ। ਬਿਲਕੁਲ ਜਿਹੜਾ ਇਹ ਸਟੈਪ ਚੱਕਿਆ ਆ, ਮੈਂ ਪਹਿਲਾਂ ਹੀ ਕਿਹਾ ਕਿ ਅਸੀਂ ਇਸ ਸਟੈਪ ਦੀ ਜਿਹੜੀ ਆਮ ਆਦਮੀ ਪਾਰਟੀ ਨੇ ਸਟੈਪ ਲਿਆ ਉਹਦੀ ਸ਼ਲਾਘਾ ਕਰਦੇ ਆ। ਜਿਹੜੇ ਬੰਦੇ ਇਸ ਚ ਇਨਵੋਲਵ ਨੇ, ਜਿਨ੍ਹਾਂ ਨੇ ਜ਼ਮੀਨ ਰੋਕੀ ਹੋਈ ਹੈ, ਜਿਹੜੇ ਸਰਕਾਰ ਦੀ ਜ਼ਮੀਨ ਰੋਕੀ ਬੈਠੇ ਨੇ, ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਜਿੱਥੇ ਕਾਂਗਰਸ ਪਾਰਟੀ ਪੰਜਾਬੀਆਂ ਦੇ ਹੱਕ ਖੋਹਣ ਦੀ ਗੱਲ ਹੋਏਗੀ ਉੱਥੇ ਅਸੀਂ ਉਹਨਾਂ ਦਾ ਵਿਰੋਧੀ ਧਿਰ ਚ ਰੋਲ ਵੀ ਅਦਾ ਕਰਾਂਗੇ। ਜਿੱਥੇ ਕੋਈ ਬੰਦਾ ਸਰਕਾਰ ਨਾਲ ਧੋਖਾ ਕਰ ਰਿਹਾ ਹੈ, ਠੀਕ ਹੈ ਜੀ, ਕੋਈ ਸਰਕਾਰੀ ਪ੍ਰਾਪਰਟੀ ਦੱਬੀ ਬੈਠਾ, ਚਾਹੇ ਉਹ ਕੋਈ ਕਾਂਗਰਸੀ ਹੈ, ਚਾਹੇ ਉਹ ਕੋਈ ਪੋਲੀਟੀਕਲ ਬੰਦਾ, ਚਾਹੇ ਕੋਈ ਅਫਸਰ ਹੈ, ਚਾਹੇ ਕੋਈ ਜੱਜ ਹੈ, ਤਾਂ ਉਹਦੇ ਖਿਲਾਫ ਕਾਂਗਰਸ ਪਾਰਟੀ ਇਹਨਾਂ ਦੇ ਲਈ ਇਹਨਾਂ ਦਾ ਕਰਕੇ ਸਰਕਾਰ ਸਾਥ ਵੀ ਦੇਗੀ। ਪੰਜਾਬ ਦੀ ਗੱਲ ਆ, ਪੰਜਾਬੀਅਤ ਦੀ ਗੱਲ ਹੈ। ਜਿੱਥੇ ਪੰਜਾਬ ਦੀ ਗੱਲ ਆ ਤਾਂ ਸਾਰੀਆਂ ਪਾਰਟੀਆਂ ਨੂੰ, ਸਾਰੇ ਲੀਡਰਸ ਨੂੰ, ਸਾਰਿਆਂ ਨੂੰ ਮਿਲ ਕੇ ਇਹ ਲੜਾਈ ਲੜਨੀ ਚਾਹੀਦੀ ਹੈ। ਸਰਕਾਰੀ ਕਿਸੇ ਦਾ ਹੱਕ ਨਹੀਂ। ਪਰ ਜੇ ਹਾਂ ਇਹ ਵੀ ਮੇਰੀ ਇੱਕ ਬੇਨਤੀ ਆ ਸਰਕਾਰ ਨੂੰ ਕਿ ਕਿਸੇ ਨਾਲ ਕੋਈ ਐਸੀ ਆੜ ਦੇ ਵਿੱਚ ਆਪਾਂ ਕਈ ਨਾਲ ਦੇਖ ਰਹੇ ਹਾਂ ਕਿ ਸਰਕਾਰ ਬਦਲਾਵ ਦੇ ਚੱਕਰ 'ਚ ਕਦੇ ਕਿਸੇ ਨਾਲ ਬੇਨਤੀ ਹੈ ਕਿ ਬਦਲਾਖੋਰੀ ਨਾ ਕਰੋ, ਕਿ ਕਿਸੇ ਦੀ ਐਸੀ ਜ਼ਮੀਨ, ਕਿਸੇ ਗਰੀਬ ਬੰਦੇ ਦੀ ਜਾਂ ਕੋਈ ਰੋਟੀ ਖਾਂਦੇ ਬੰਦੇ ਦੀ ਜ਼ਮੀਨ ਨਾ ਛਡਾ ਲਿਓ ਆੜ ਜਾ ਕੇ। ਜਿਵੇਂ ਆਪਾਂ ਟਰੱਕ ਯੂਨੀਅਨ ਦਾ ਮੁੱਦਾ ਦੇਖਿਆ, ਠੀਕ ਹੈ ਜੀ, ਟਰੱਕਾਂ ਨੇ ਜਾ ਕੇ ਇਹਨਾਂ ਨੇ ਉੱਥੇ ਹੰਗਾਮਾ ਮਚਾਇਆ ਸੀ, ਫਿਰ ਆਰਟੀਓ ਦੇ ਮਾਰੇ ਸੀ। ਇਹੀ ਬੇਨਤੀ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ, ਇਹਨੂੰ ਜਿਹੜਾ ਸਟੈਪ ਆ ਸਰਕਾਰ ਦਾ, ਇਹਨੂੰ ਜਿਹੜਾ ਸੋਲੀ ਐਂਡ ਸਟੈਂਡਲੀ ਚੱਲਣ ਦੋ, ਇਹਨੂੰ ਲੀਗਲੀ ਚੱਲਣ ਦੋ, ਕੋਈ ਹੁੱਲੜਬਾਜ਼ੀ ਇਸ ਚ ਨਾ ਕਰਨ। ਹਾਂ, ਅਸੀਂ ਇਸ ਸਰਕਾਰ ਦੇ ਨਾਲ ਬਿਲਕੁਲ ਜਿਹੜਾ ਸੋ ਸਰਬਜੀਤ ਜੀ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਸਰਬਜੀਤ ਤੱਕ ਕੋਈ ਤਕਨੀਕੀ ਕਾਰਨ ਕਰਕੇ ਆਵਾਜ਼ ਨਹੀਂ ਪਹੁੰਚ ਪਾ ਰਹੀ। ਤੇ ਦਲਜੀਤ ਚੀਮਾ ਜੀ ਮੈਂ ਤੁਹਾਡੇ ਤੱਕ ਆਉਂਗਾ। ਕਿਵੇਂ ਵੇਖਦੇ ਹੋ ਜੋ ਮੈਂ ਸਵਾਲ ਪੁੱਛਿਆ? ਹਾਲਾਂਕਿ ਕੁਲਦੀਪ ਧਾਲੀਵਾਲ ਜੀ ਨੇ ਵੀ ਇੱਕ ਸਪਸ਼ਟੀਕਰਨ ਇਸ ਤੇ ਦਿੱਤਾ ਤੇ ਪ੍ਰਦੀਪ ਮਾਨ ਜੀ ਵੱਲੋਂ ਵੀ ਇੱਕ ਰਿਐਕਸ਼ਨ ਦੇ ਦਿੱਤਾ ਗਿਆ। ਕਿਵੇਂ ਵੇਖਦੇ ਹੋ? ਦੋਨੋਂ ਬੁਲਾਰਿਆਂ ਵੱਲੋਂ ਇੱਕ ਬਚਾਅ ਪੱਖੀ ਰਿਐਕਸ਼ਨ ਦਿੱਤਾ ਗਿਆ। ਜਿਹੜਾ ਮੁਹਾਲੀ ਦਾ ਤੁਸੀਂ ਮੁੱਦਾ ਕੀਤਾ ਨਾ, ਜਿਹੜੀ ਜ਼ਮੀਨ ਦਾ, ਮੁਹਾਲੀ ਜਿਹੜਾ ਹੈ ਉਹ ਪੂਰੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਇੱਕ ਬਹੁਤ ਵੱਡਾ ਸਾਧਨ ਹੈ ਜੀ। ਕਈ ਰੀਜ਼ਨ ਨੇ ਉਹਦੇ। ਦੇਖੋ, ਹਰਿਆਣਾ ਨੇ ਜੋ ਕੁਝ ਕੀਤਾ ਹੈ, ਉਹਨੇ ਗੁੜਗਾਉਂ ਨੂੰ ਇੱਕ ਹੱਬ ਬਣਾ ਕੇ ਜੀ, ਉਹਨੇ ਇੰਨੀ ਡਿਵੈਲਪਮੈਂਟ, ਉਹਨਾਂ ਨੂੰ ਐਡਵਾਂਟੇਜ ਹੈ ਕਿ ਗੁੜਗਾਉਂ ਜਿਹੜਾ ਦਿੱਲੀ ਦੇ ਕੋਲ ਹੈ। ਹੁਣ ਮੁਹਾਲੀ ਨੂੰ ਇਹ ਐਡਵਾਂਟੇਜ ਹੈ ਕਿ ਅਸੀਂ ਇਹਦੇ ਕੋਲ ਆ ਚੰਡੀਗੜ੍ਹ ਦੇ, ਤੇ ਜੇ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਵਾਕਈ
ਇੰਟਰਨੈਸ਼ਨਲ 에ਅਰਪੋਰਟ ਬਣ ਗਿਆ, ਜਿਹੜਾ ਉਮੀਦ ਹੈ ਕਿ ਮਾਨ ਸਰਕਾਰ ਸ਼ਾਇਦ ਕੁਝ ਕਰੇਗੀ ਤੇ ਇੱਥੇ ਇਹਨੂੰ ਟਰੂ ਸੈਂਸ ਦੇ ਵਿੱਚ ਇੱਕ ਇੰਟਰਨੈਸ਼ਨਲ 에ਅਰਪੋਰਟ ਬਣਾਇਆ ਜਾਏ। ਮੈਂ ਸਮਝਣਾ ਮੋਹਾਲੀ ਆਲਰੇਡੀ ਬਹੁਤ ਵਧੀਆ ਡਿਵੈਲਪ ਹੋਇਆ, ਬੜਾ ਕੁਛ, ਔਰ ਜਿਹੜਾ ਨਿਊ ਚੰਡੀਗੜ੍ਹ ਬਣਿਆ ਉਹ ਸਾਰਾ ਏਰੀਆ ਬੜਾ ਅੱਛਾ ਹੋ ਰਿਹਾ ਹੈ। ਜੇ ਹੋਰ ਜ਼ਮੀਨ ਮਿਲਦੀ ਹੈ, ਇੰਡਸਟਰੀ ਇਜ਼ ਇਨ ਬੈਡ ਸ਼ੇਪ। ਪੰਜਾਬ ਦੀ ਇੰਡਸਟਰੀ ਜਿਹੜੀ ਹੈ ਉਹਦਾ ਬਹੁਤ ਬੁਰਾ ਹਾਲ ਹੈ। ਕਈ ਉਹਦੇ ਕਾਰਨ ਨੇ, ਮੁੱਖ ਕਾਰਨ ਤਾਂ ਬਿਜਲੀ ਹੈ, ਸਾਰਿਆਂ ਨੂੰ ਪਤਾ ਹੈ, ਤੇ ਗਵਰਨਮੈਂਟ ਦੀ ਪਾਲਿਸੀਜ਼। ਜੇ ਗਵਰਨਮੈਂਟ ਇਸ ਜ਼ਮੀਨ ਨੂੰ ਇਸਤੇਮਾਲ ਕਰਕੇ ਇਹਨੂੰ ਗੁੜਗਾਉਂ ਦੇ ਪੈਟਰਨ ਦੇ ਉੱਤੇ ਡਿਵੈਲਪ ਕਰੇ ਤੇ ਪੰਜਾਬ ਦੇ ਕੋਲ ਇੰਨੇ ਰਿਸੋਰਸਿਸ ਆ ਸਕਦੇ ਨੇ ਇਸ ਜ਼ਮੀਨ ਦੇ ਨਾਲ ਹੀ। 3000 ਏਕੜ ਜ਼ਮੀਨ ਬਹੁਤ ਹੁੰਦੀ ਹੈ, ਉਹਦੇ ਨਾਲ ਇੰਨੇ ਰਿਸੋਰਸਿਸ ਆ ਸਕਦੇ ਨੇ ਕਿ ਸਾਡੀਆਂ ਕਈ ਪ੍ਰੋਬਲਮ, ਸਾਡੀਆਂ ਕਈ ਦੁੱਖ ਦਰਦ ਜਿਹੜੇ ਨੇ ਦੂਰ ਹੋ ਸਕਦੇ ਨੇ। ਇਸ ਕਰਕੇ ਮੈਂ ਕਹਿੰਦਾ ਵੀ ਫੋਕਸ ਬਹੁਤ ਜ਼ਿਆਦਾ ਜ਼ਰੂਰੀ ਹੈ ਮੋਹਾਲੀ ਵਾਲੀ ਜ਼ਮੀਨ ਦੇ ਉੱਤੇ, ਔਰ ਉਹਨੂੰ ਪ੍ਰੋਪਰ ਤੇ ਠੀਕ ਇਸਤੇਮਾਲ ਕਰਨ ਦੇ ਉੱਤੇ। ਉਹਦੇ ਵਾਸਤੇ ਅਲੱਗ ਇੱਕ ਕੋਈ ਪੈਨਲ ਬਣਾਇਆ ਜਾਏ, ਕੋਈ ਸਿਸਟਮ ਬਣਾਇਆ ਜਾਏ, ਡੀਸੀ ਕਰੇ, ਕੋਈ ਕਰੇ, ਉਹ ਅਲੱਗ ਗੱਲ ਹੈ, ਪਰ ਉਹਦੇ ਉੱਤੇ ਫੋਕਸ ਕਰਕੇ ਔਰ ਮੋਹਾਲੀ ਨੂੰ ਗੁੜਗਾਉਂ ਦੇ ਪੈਟਰਨ ਉੱਤੇ ਡਿਵੈਲਪ ਕਰਨਾ ਬਹੁਤ ਜ਼ਰੂਰੀ ਹੈ ਇਫ ਵੀ ਗੈਟ ਸਮ ਐਡੀਸ਼ਨਲ ਲੈਂਡ। तो अगले सवाल वाल मैं वादा है पंचायती जमीनां तो जिहड़ा अगला सवाल बीते दिन मुख मंत्री भगवंत मान दे नाल जिस तरह मीटिंग हुंदी है, खास करके उन्हां वालों एक अज एक नंबर जारी किया गया है कि जिहड़ा बिजली दी कुंडियां नूं रोकिया जावे, क्योंकि पंजाब दे विच उन्हां वालों एक डेटा प्रोवाइड कराया गया है कि लगभग 1200 करोड़ रुपए का चूना लगता है हर साल पंजाब दी खजाने नूं, खास करके बिजली वालों। ਤੇ ਉਹਨਾਂ ਵੱਲੋਂ ਹੁਣ ਇੱਕ ਐਲਾਨ ਕੀਤਾ ਗਿਆ, ਬੀਤੇ ਦਿਨ ਜੋ ਮੀਟਿੰਗ ਹੋਈ ਸੀ ਪੁਲਿਸ ਅਧਿਕਾਰੀਆਂ ਦੇ ਨਾਲ, ਉਸ ਦੇ ਵਿੱਚ ਪੁਲਿਸ ਦੇ ਮੁੱਦੇ ਨਾਲੋਂ ਜ਼ਿਆਦਾ ਜਿਹੜਾ ਮੁੱਦਾ ਰਿਹਾ ਬਿਜਲੀ ਦਾ ਗਰਮਾ ਰਿਹਾ, ਕਿਉਂਕਿ ਉਸ ਦੇ ਵਿੱਚ ਉਹਨਾਂ ਵੱਲੋਂ ਇੱਕ ਰਿਐਕਸ਼ਨ ਇਹ ਵੀ ਦਿੱਤਾ ਗਿਆ ਹੈ ਕਿ ਥਾਣਿਆਂ ਦੇ ਵਿੱਚ ਵੀ ਮੀਟਰ ਲਗਾਏ ਜਾਣ, ਕਿਉਂਕਿ ਥਾਣੇ ਵੀ ਬਹੁਤੇ ਜ਼ਿਆਦਾ ਤੌਰ ਤੇ ਸਿੱਧੀ ਕੁੰਡੀ ਨਾਲ ਹੀ ਚੱਲਦੀ ਸੀ। ਤੇ ਇਸ ਤੇ ਕਿਵੇਂ ਵੇਖਦੇ ਹੋ ਕਿ ਮਾਨ ਸਰਕਾਰ ਬਿਜਲੀ ਦੇ ਮੁੱਦੇ ਨੂੰ ਲੈ ਕੇ, ਹਾਲਾਂਕਿ ਪੰਜਾਬ ਦੇ ਵਿੱਚ ਵੱਡੀ ਦਿੱਕਤ ਜ਼ਰੂਰ ਹੈ ਬਿਜਲੀ ਦੀ, ਵੱਡੇ ਲੰਬੇ ਕੱਟ ਵੀ ਲੱਗੇ ਪਿੱਛੇ, ਤੇ ਉਹਨਾਂ ਨੂੰ ਲੈ ਕੇ ਹੁਣ ਸੁਹਿਰਦ ਵੀ ਦਿਖਾਈ ਦੇ ਰਹੀ ਹੈ। ਕਿਵੇਂ ਲੱਗਦਾ ਹੈ ਕਿ ਧਾਲੀਵਾਲ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਸਭ ਤੋਂ ਪਹਿਲਾਂ, ਕਿਵੇਂ ਲੱਗਦਾ ਹੈ ਕਿ ਮਾਨ ਸਰਕਾਰ ਰੋਕ ਪਾਏਗੀ? ਮੈਂ ਇੱਕ ਗੱਲ ਤੁਹਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਣਾ, ਹੈਗੀ ਤਾਂ ਆਫ ਦੀ ਰਿਕਾਰਡ ਹੈ, ਪਰ ਕਿਉਂਕਿ ਚੀਮਾ ਸਾਹਿਬ ਇਸ ਗੱਲ ਨੂੰ ਜ਼ਰੂਰ ਸਮਝਣਗੇ ਕਿ ਜਿਹੜੀ ਆਪਣੇ ਹਰ ਬੰਦਾ ਚਾਹੁੰਦਾ ਰਿਸ਼ਵਤਖੋਰੀ ਬੰਦ ਹੋ ਜੇ, ਸਾਰੀਆਂ ਪਾਰਟੀਆਂ ਵੀ ਚਾਹੁੰਦੀਆਂ। ਥੋੜੇ ਦਿਨ ਪਹਿਲਾਂ ਇੱਕ ਆਮ ਆਦਮੀ ਪਾਰਟੀ ਦਾ ਬੜਾ ਐਮਐਲਏ, ਮੈਂ ਨਾਂ ਨਹੀਂ ਲੈਣਾ, ਬੜੀ ਸਾਰੀ ਸੋਸ਼ਲ ਮੀਡੀਆ ਤੇ ਗੱਲ ਪਈ ਆ, ਉਹ ਕਿਸੇ ਥਾਣੇ ਜਾ ਕੇ ਕਹਿੰਦਾ ਵੀ ਲਿਆਓ ਬਈ ਕਿੰਨੇ ਪੈਸੇ ਤੁਹਾਨੂੰ ਬਣਦੇ ਆ, ਆਪਾਂ ਰਿਸ਼ਵਤ ਬੰਦ ਕਰ ਦਈਏ। ਉਹ ਕਹਿੰਦੇ ਜੀ 60000 ਰੁਪਇਆ ਸਾਡਾ ਖਰਚਾ ਹੈ ਥਾਣੇ ਦਾ, ਚਾਹ ਪਾਣੀ ਦਾ, ਬਿਜਲੀ ਦਾ, ਗੱਡੀਆਂ ਦੇ ਤੇਲ ਦਾ, ਲੋਕਾਂ ਦੀ ਆਓ ਭਗਤ ਦਾ, ਸਾਨੂੰ ਦਿਓ। ਅਸੀਂ ਚੰਗੇ ਭਲੇ ਘਰਾਂ ਦੇ ਮੁੰਡੇ ਆ, ਅਸੀਂ ਵੀ ਜ਼ਮੀਨਾਂ ਜਾਇਦਾਦਾਂ ਵਾਲੇ ਆ, ਸਾਡਾ ਜੀ ਕਰਦਾ, ਸਾਨੂੰ ਤੁਸੀਂ ਫਸਾ ਦਿੰਦੇ ਆ ਵਗਾਰਾਂ ਦੇ ਕੇ ਵੀ ਲੈ ਭਾਈ ਫਲਾਨਾ ਅਫਸਰ ਆ ਗਿਆ, ਗੱਡੀਆਂ 'ਚ ਤੇਲ ਪਵਾਓ ਤੇ ਭੱਜੋ। ਤੇ ਜਦੋਂ ਬੰਦਾ ਫੜ ਹੀ ਲੈਂਦਾ, ਬੰਦੇ ਨੇ ਆਪਦਾ ਸਟੇਕ ਤੇ ਲਾਤਾ। ਅੱਜ ਕੁਲਦੀਪ ਢਾਲੀਵਾਲ ਨੇ ਲੱਖ ਰੁਪਇਆ ਕਿਸੇ ਤੋਂ ਫੜਨ ਵਾਸਤੇ ਸਟੇਕ ਤੇ ਲਾਤਾ, ਤੇ ਕੁਲਦੀਪ ਢਾਲੀਵਾਲ ਲੱਖ ਥੋੜੀ ਫੜੂਗਾ, 5 ਲੱਖ ਫੜੂਗਾ, ਲੱਖ ਤੁਹਾਡੀ ਵਗਾਰ ਚ ਲਾ ਦੂਗਾ। ਫਿਰ ਜਦੋਂ ਬਦਨਾਮ ਹੀ ਮੈਂ ਹੋਣਾ ਹੈ, ਸਰਕਾਰ ਨੇ ਤਾਂ ਹੋਣਾ ਨਹੀਂ ਮਗਰਲੀ ਨੇ। ਇਹ ਇੱਕ ਵੱਡਾ ਕਾਰਨ ਹੈ, ਇਹ ਗੱਲ ਨੂੰ ਸਮਝਣਾ ਪਊਗਾ ਮਾਨ ਸਰਕਾਰ ਨੂੰ। ਜੇ ਆਪਾਂ ਚਾਹੁੰਦੇ ਆ ਇਹ ਗੱਲ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਮਝਿਆ ਸੀ ਕਿਸੇ ਵੇਲੇ, ਉਹਨਾਂ ਨੇ ਕੋਸ਼ਿਸ਼ ਕੀਤੀ, ਸੇਵਾ ਕੇਂਦਰ ਲੈ ਕੇ ਆਏ ਕਿ ਇਹਦੇ ਰਾਹੀਂ ਜਿਹੜੇ ਸੇਵਾ ਕੇਂਦਰ ਹੈ ਤੇ ਦੂਜੇ ਆ, ਥੋੜੀ ਬਹੁਤ ਫੀਸ ਆਇਆ ਕਰੂਗੀ, ਉਹ ਫੀਸ ਨਾਲ ਜਿਹੜੇ ਰੂਟੀਨ ਖਰਚੇ ਆ ਉੱਥੇ ਅਫਸਰਾਂ ਦੇ ਜਿਹੜੀਆਂ ਵਗਾਰਾਂ ਉਹ ਨਿਕਲਿਆ ਕਰਦੀਆਂ। ਪਰ ਉਹ ਕਿਸੇ ਹੱਦ ਤੱਕ ਜਦੋਂ ਕੈਪਟਨ ਸਰਕਾਰ ਆਈ, ਇਹਨਾਂ ਨੇ ਜਮਾ ਬੰਦ ਕਰਤੇ। ਉਹ ਬੰਦ ਕਰਨਾ ਹੁਣ ਮਾਨ ਸਰਕਾਰ ਨੇ ਆਉਣ ਸਾਰ ਸਭ ਤੋਂ ਪਹਿਲਾਂ ਉਹ ਸ਼ੁਰੂ ਕੀਤੇ ਆ ਕਿ ਉਹ ਜਿਹੜੀਆਂ ਸੇਵਾਵਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ, ਉਹ ਇੱਕ ਮੈਂ ਗੱਲ ਕਰਦਾ ਕਿ ਪਹਿਲਾਂ ਜੜ ਤਾਂ ਫੜੀਏ ਨਾ ਆਪਾਂ। ਲੋਕਾਂ ਦੇ ਇਲਜ਼ਾਮ ਲਾਉਣ ਦੇ ਮਾਰੇ, ਮੁੰਡੇ ਤਾਂ ਜਿਹੜੇ ਸਾਡੇ ਮੁੰਡੇ ਪੁਲਿਸ ਦੇ ਵਿੱਚ ਭਰਤੀ ਹੋਏ ਆ ਨਵੇਂ, ਉਹ ਸਭ ਚੰਗੇ ਘਰਾਂ ਦੇ ਮੁੰਡੇ ਆ। ਧਾਲੀਵਾਲ ਸਾਹਿਬ, ਰੋਕਣਾ ਚਾਹੂੰਗਾ, ਸਵਾਲ ਮੇਰਾ ਇਹ ਹੈ ਕਿ ਬਿਜਲੀ ਮੁੱਦੇ ਨੂੰ ਲੈ ਕੇ ਮਾਨ ਸਰਕਾਰ ਜਿਵੇਂ ਬੋਲ ਰਹੀ ਹੈ ਕਿ 1200 ਕਰੋੜ ਦਾ ਚੂਨਾ ਲੱਗਦਾ ਹੈ ਹਰ ਸਾਲ, ਕਿ ਰੋਕ ਪਾਏਗੀ ਉਸ ਚੂਨੇ ਨੂੰ? ਹੈ ਕੋਈ ਬਲੂਪ੍ਰਿੰਟ, ਕੋਈ ਸਰਕਾਰ ਦੇ ਵਿੱਚ ਇਦਾਂ ਦਾ ਸਿਸਟਮ ਹੈ, ਜਾਂ ਕੋਈ ਪਿਛਲੀ ਸਰਕਾਰਾਂ ਦੇ ਵਿੱਚ ਵੀ ਤੁਸੀਂ ਸੱਤਾ ਦੇ ਵਿੱਚ ਰਹੇ ਹੋ, ਕਿ ਇਹ ਕਿਤੇ ਨਾ ਕਿਤੇ ਲੂਪ ਹੋਲ ਹੈ, ਜਾਂ ਕਿ ਜ਼ਰੂਰ ਇਹ ਜਿਹੜੀ ਬਿਜਲੀ ਚੋਰੀ ਹੋ ਰਹੀ ਹੈ ਕਿਸੇ ਰਸੂਖ ਦੇ ਤਹਿਤ ਹੀ ਹੋ ਰਹੀ ਹੈ, ਜਾਂ ਇਹ ਬਿਜਲੀ ਚੋਰੀ ਹੁੰਦੀ ਰਹੇਗੀ, ਇਹਨੂੰ ਰੋਕਣਾ ਮੁਸ਼ਕਲ ਹੈ? ਸਵਾਲ ਮੇਰਾ ਇਹ ਹੈ। ਨਹੀਂ ਦੇਖੋ, ਅੱਗੇ ਨਾਲੋਂ ਪਹਿਲਾਂ ਨਾਲੋਂ ਤਾਂ ਜੇ ਆਪਾਂ ਗੱਲ ਕਰੀਏ ਬਿਜਲੀ ਚੋਰੀ ਦਾ, ਹੁਣ ਓਡੇ ਵੱਡੇ ਪੈਮਾਨੇ ਤੇ ਬਿਜਲੀ ਚੋਰੀ ਨਹੀਂ ਹੁੰਦੀ ਜਿੰਨੀ ਕਿ ਪਹਿਲਾਂ ਹੁੰਦੀਆਂ ਸੀ। ਲੂਪ ਹੋਲਸ ਬਹੁਤ ਜ਼ਿਆਦਾ ਸੀ। ਹੁਣ ਜਿਵੇਂ ਜਿਵੇਂ ਮਹਿਕਮੇ ਨੇ ਸੁਧਾਰ ਕੀਤੇ ਆ, ਬਹੁਤ ਘੱਟ ਥਾਵਾਂ ਤੇ ਰਹਿ ਗਈ ਉਹ ਜਿਹੜੀ ਸਰਕਾਰੀ ਬਿਜਲੀ ਚੋਰੀ ਆ। ਜਿਵੇਂ ਤੁਸੀਂ ਥਾਣਿਆਂ ਦਾ ਜ਼ਿਕਰ ਕੀਤਾ, ਤਾਂ ਮੈਂ ਉਹ ਗੱਲ ਕੀਤੀ ਕਿ ਪਹਿਲਾਂ ਉੱਥੋਂ ਹੀ ਸ਼ੁਰੂਆਤ ਕਰ ਲੈਣਾ, ਲੋਕਾਂ 'ਚ ਅਵੇਅਰਨੈਸ ਆਪੇ ਚਲੀ ਜਾਣੀ ਹੈ। ਥਾਣਿਆਂ ਦੇ ਵਿੱਚ ਮੀਟਰ ਲਾ ਦੇਣ, ਸਰਕਾਰੀ ਅਦਾਰਿਆਂ 'ਚ ਮੀਟਰ ਲਾ ਦੇਣ, ਉਹਨਾਂ ਦੇ ਬਿੱਲ ਸਰਕਾਰ ਦੀ ਜੇਬ 'ਚ ਭਰਨ ਲੱਗ ਜੇ, ਲੋਕਾਂ ਨੂੰ ਪਤਾ ਲੱਗ ਜੂ ਸਰਕਾਰ ਸਖਤ ਹੈ।
ਇਹ ਚੀਜ਼ ਪਾਸੇ ਕੱਲਾ ਇਹਦੀ ਵਾਹ-ਵਾਹੀ ਬਟੋਰ ਨਹੀਂ, ਜਿਵੇਂ ਰੇੜੀਆਂ ਫੜੀਆਂ ਵਾਲਿਆਂ ਤੇ ਵੀ ਗੱਲ ਹੋਈ ਹੈ, ਉਹਨਾਂ ਤੋਂ ਨਜਾਇਜ਼ ਕਬਜ਼ੇ ਛਡਾਉਣੇ ਆ, ਇਹਦੀ ਆਪਾਂ ਜਿਹੜੀ ਗੱਲ ਹੋਈ ਉਹ ਸਰਕਾਰ ਨੂੰ ਪਹਿਲਾਂ ਆਪ ਪਹਿਲ ਕਦਮੀ ਕਰਕੇ ਕਰਨਾ ਪਊਗਾ ਕਿ ਲਓ ਭਾਈ ਅਸੀਂ ਕਰਤਾ, ਹੁਣ ਤੁਸੀਂ ਸਾਡੇ ਨਾਲ ਚੱਲੋ। ਔਰ ਇਹਦਾ ਬੈਨੀਫਿਟ ਸਰਕਾਰ ਨੂੰ ਮਿਲ ਸਕਦਾ, ਕਿਉਂਕਿ ਐਡਾ ਵੱਡਾ ਹੁਣੇ ਫਤਵਾ ਜਿਹੜਾ ਮਿਲਿਆ ਹੈ, ਤਾਂ ਲੋਕ ਇੱਕ ਵਾਰੀ ਜਿਹੜਾ ਹੈਗਾ ਉਹ ਨਾਲ ਤੁਰਨਗੇ। ਕੋਈ ਵੀ ਸੁਧਾਰ ਦਾ ਜੋਖਮ ਸਰਕਾਰ ਲੈ ਸਕਦੀ ਹੈ, ਸਰਕਾਰ ਇਸ ਹਾਲਾਤ 'ਚ ਹੈ ਵੀ ਸੁਧਾਰ ਦਾ ਜੋਖਮ ਲੈ ਸਕੇ। ਜੀ ਸਰਬਜੀਤ ਜੀ, ਸਿਰਫ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਸਿਰਫ 2 ਮਿੰਟ ਹੀ ਲੈਣਾ ਚਾਹੂੰਗਾ ਤੁਹਾਡੇ। ਸਿਰਫ 2 ਮਿੰਟ ਦੇ ਵਿੱਚ ਇਸ ਦਾ ਜਵਾਬ ਦਿਓ ਕਿ ਮਾਨ ਸਰਕਾਰ ਵੱਲੋਂ ਜਿਹੜਾ ਮੁੱਦਾ ਚੱਕਿਆ ਗਿਆ ਬਿਜਲੀ ਨੂੰ ਲੈ ਕੇ, ਕਿ ਹੈ ਬਲੂਪ੍ਰਿੰਟ ਕੋਈ ਹੈ ਇਹਦੇ ਵਿੱਚ ਲੂਪ ਹੋਲ ਲੱਗਦਾ ਹੈ ਕਿ ਪਿਛਲੀ ਸਰਕਾਰਾਂ ਦੇ ਵਿੱਚ ਕਮੀ ਰਹੀ ਹੈ, ਜਾਂ ਇਹ ਬਲੂ ਪ੍ਰਿੰਟ ਭਾਵੇਂ ਜਿੰਨਾ ਮਰਜ਼ੀ ਕਰ ਲਿਆ ਜਾਵੇ, ਇਹ ਜਿਹੜਾ ਲੂਪ ਹੋਲ ਹੈ ਇਹ ਹਮੇਸ਼ਾ ਰਹੂਗਾ ਹੀ ਰਹੂਗਾ? ਸਰਬਜੀਤ ਤੱਕ ਕੋਈ ਆਵਾਜ਼ ਨਹੀਂ ਮੇਰੀ ਆ ਰਹੀ। ਪ੍ਰਦੀਪ ਮਾਨ ਜੀ, ਮੈਂ ਤੁਹਾਡੇ ਤੇ ਆਣਾ ਚਾਹ ਰਿਹਾ ਕਿ ਜੋ ਮਾਨ ਸਰਕਾਰ ਵੱਲੋਂ ਹੁਣ ਬਿਜਲੀ ਨੂੰ ਲੈ ਕੇ ਵੱਡਾ ਫਤਵਾ ਜਾਰੀ ਕੀਤਾ ਗਿਆ ਹੈ ਕਿ ਲਗਭਗ 1200 ਕਰੋੜ ਦਾ ਚੂਨਾ ਲੱਗਦਾ ਹੈ, ਕਿਵੇਂ ਵੇਖਦੇ ਹੋ ਕਿ ਲੂਪ ਹੋਲ ਹੈ ਇਹਦੇ ਵਿੱਚ? ਬਲੂਪ੍ਰਿੰਟ ਕੋਈ ਤਿਆਰ ਕਰਿਆ ਵੀ ਜਾਵੇਗਾ, ਬਲੂਪ੍ਰਿੰਟ ਦੇ ਤੌਰ ਤੇ ਕੋਈ ਕਾਰਵਾਈ ਹੋ ਪਾਏਗੀ, ਜਾਂ ਸਿਰਫ ਤੇ ਸਿਰਫ ਸਿਆਸਤੀ ਹੋਵੇ ਜਿਸ ਤੇ? ਜੀ ਸਿਸਟਮ ਜਿਹੜਾ ਖਰਾਬ ਆ, ਸਿਸਟਮ ਨੂੰ ਠੀਕ ਕਰਨ ਚ ਕੋਈ ਬੁਰਾਈ ਨਹੀਂ ਆ। ਅਗਰ ਕੋਈ ਸਿਸਟਮ ਨੂੰ ਲੱਗਦਾ ਕਿ ਇਹ ਚੋਰੀ ਆ, ਉਹਨੂੰ ਫਿਲਹਾਲ ਠੀਕ ਕਰਨਾ ਕੋਈ ਇਹਦੀ ਮਾੜੀ ਗੱਲ ਨਹੀਂ ਆ। ਪਰ ਇਸ ਸਵਾਲ ਨਾਲ 2 ਸਵਾਲ ਹੋਰ ਜੁੜੇ ਨੇ। ਰੀਸੈਂਟਲੀ ਆਪਾਂ ਨੂੰ ਮਾਨ ਸਾਹਿਬ ਨੇ ਕਿਹਾ ਕਿ ਗਰੰਟੀਆਂ ਪੂਰੀਆਂ ਕਰਨ ਨੂੰ 5 ਸਾਲ ਲੱਗਣੇ ਆ। ਆਪਾਂ ਸਭ ਤੋਂ ਵੱਡੀ ਗਰੰਟੀ ਪੰਜਾਬੀਆਂ ਨੂੰ ਬਿਜਲੀ ਦੀ ਦਿੱਤੀ ਸੀ, ਪਰ ਹੁਣ ਉਹਨਾਂ ਨੇ ਕਿਹਾ 5 ਸਾਲ ਲੱਗਣੇ ਆ। ਅੱਜ ਹੀ ਆਪਣਾ ਇਹਨਾਂ ਦੇ ਸੰਧਵਾ ਸਾਹਿਬ ਦਾ ਬਿਆਨ ਆ ਕਿ 1000 ਰੁਪਏ ਦੀ ਗਰੰਟੀ ਪੂਰੀ ਕਰਨ ਦੇ ਲਈ ਉਦੋਂ ਕਰਾਂਗੇ ਜਦੋਂ ਖਜ਼ਾਨਾ ਭਰਿਆ ਜਾਊ ਜੀ। ਇਹ ਸਵਾਲ ਨਾਲ ਜੁੜੇ ਹੋਏ ਨੇ। ਠੀਕ ਹੈ, ਇਹ ਪੈਰਲਲ ਨੇ, ਠੀਕ ਹੈ, ਗੱਲਾਂ ਠੀਕ ਹੈ। ਆਪਾਂ ਨੇ ਜਿਹੜੀ ਕਮੀ ਆ ਪੈਰਲਲ ਚਲਾਓ। 1200 ਕਰੋੜ ਰੁਪਏ ਦਾ ਘਾਟਾ ਹੈ ਜਿਹੜਾ, ਉਹ ਕੁੰਡੀਆਂ ਵੀ ਫੜੋ, ਪਰ ਕੁੰਡੀਆਂ ਫੜਨ ਦੇ ਨਾਲ ਇਹ ਬਿਆਨ ਦੇ ਕੇ ਤੁਸੀਂ ਇਸ ਤੋਂ ਪੱਲਾ ਨਾ ਛਡਾਓ ਕਿ ਜਿਹੜੀ ਗਰੰਟੀ ਪੰਜਾਬੀਆਂ ਨੂੰ ਦਿੱਤੀ ਆ ਬਿਜਲੀ ਦੀ, ਬਿਜਲੀ ਉਹਨਾਂ ਨੂੰ ਪ੍ਰੋਵਾਈਡ ਕਰਨੀ ਹੈ, 24 ਘੰਟੇ ਬਿਜਲੀ ਦੇਣੀ ਹੈ, 300 ਯੂਨਿਟ ਵੀ ਮਾਫ ਦੇਣੀ ਆ। ਇਹ ਖੜੀ ਆ। ਆਪਾਂ ਜੁਲਾਈ ਦਾ ਵਾਅਦਾ ਕੀਤਾ, ਜੁਲਾਈ ਦੇ ਵਿੱਚ 300 ਯੂਨਿਟ ਪ੍ਰਤੀ ਮਹੀਨਾ ਦੇਣੀ ਹੈ, 2 ਮਹੀਨੇ 600 ਯੂਨਿਟ ਦੇਣੀ ਹੈ। ਉਹਦੇ ਤੇ ਵੀ ਕੋਈ ਜਿਹੜਾ ਰੋਡ ਮੈਪ ਜਾਂ ਪ੍ਰੋਪਰ ਪਲਾਨ ਤਿਆਰ ਕਰਕੇ ਰੱਖਣ। ਤੇ ਕਿਸਾਨਾਂ ਦੀ ਹੁਣ ਤੁਹਾਡੇ ਸਾਹਮਣੇ ਜੀਰੀ ਦੀ ਬਜਾਈ ਆਈ ਖੜੀ ਹੈ ਜੂਨ ਦੇ ਮਹੀਨੇ ਦੇ ਵਿੱਚ, ਸਾਰੀ ਤਿਆਰੀ ਖੜੀ ਆ। ਉਹਦੇ ਲਈ ਵੀ ਬਿਜਲੀ ਚਾਹੀਦੀ ਆ, ਕਿਸਾਨ ਨੂੰ ਵੀ ਬਿਜਲੀ ਲੋੜ ਆ, ਆਮ ਲੋਕਾਂ ਨੂੰ ਵੀ ਬਿਜਲੀ ਲੋੜ ਆ, ਇੰਡਸਟਰੀ ਚਲਾਉਣੀ ਆ। ਠੀਕ ਆ, ਆਪਾਂ ਜ਼ਮੀਨ ਖਾਲੀ ਕਰਾ ਰਹੇ ਆ। ਮੈਂ ਚੀਮਾ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਸੀਗਾ ਕਿ ਜ਼ਮੀਨ ਆ ਜਿਹੜੀ ਉਹ ਬਹੁਤ ਜ਼ਿਆਦਾ, ਠੀਕ ਹੈ, ਉਹ ਪ੍ਰਾਈਸ ਉਹਦਾ ਫੁੱਲ ਜ਼ਮੀਨ ਆ, ਠੀਕ ਆ, ਪ੍ਰੀਸ਼ੀਅਸ ਆ ਉਹ ਬਹੁਤ। ਉਹ ਜ਼ਮੀਨਾਂ ਤੇ ਇੰਡਸਟਰੀ ਲਾਈ ਜਾਊਗੀ, ਤੁਹਾਨੂੰ ਬਿਜਲੀ ਦਾ ਇੰਤਜ਼ਾਮ ਵੀ ਕਰਕੇ ਦੇਣਾ ਹੈ, ਤਾਂ ਠੀਕ ਆ। 1200 ਕਰੋੜ ਰੁਪਇਆ ਜੇ ਆਉਂਦਾ ਆ, ਪਰ ਜਦੋਂ ਫ੍ਰੀ ਦੇਣੀ ਆ 25 ਲੱਖ ਮੀਟਰ ਹੈ, ਕਮਰਸ਼ੀਅਲ ਆਪਾਂ ਲਾਈਏ, ਡੋਮੈਸਟਿਕ ਦੇ ਲਾਈਏ 25 ਲੱਖ ਮੀਟਰ ਸਿੱਧਾ ਹੈਗਾ। ਜੇ ਉਹਨਾਂ ਨੂੰ 600 ਯੂਨਿਟ ਵੀ ਦੇਣੀ ਹੈ, ਜੇ 1000 ਰੁਪਇਆ ਵੀ ਬਣਦਾ ਤਾਂ ਬਹੁਤ ਇਨਕਮ ਬਣ ਜਾਣੀ ਹੈ ਉਹਦੇ ਨਾਲ ਵੀ। ਜੀ ਪ੍ਰਤੀਮਾਨ ਜੀ, ਰੋਕਣਾ ਚਾਹੂੰਗਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਚੀਮਾ ਸਾਹਿਬ, ਸਿਰਫ ਤੁਹਾਡੇ ਕੋਲ ਹੀ ਆਵਾਂਗਾ, ਲਾਸਟ 2 ਮਿੰਟ ਹੀ ਮੈਂ ਤੁਹਾਡੇ ਲੈਣਾ ਚਾਹਾਂਗਾ ਕਿ 2 ਮਿੰਟ ਦੇ ਵਿੱਚ ਮੈਨੂੰ ਸਪਸ਼ਟੀਕਰਨ ਦਿਓ ਇਸ ਚੀਜ਼ ਤੇ ਕਿ ਦੋਨਾਂ ਪਾਰਟੀਆਂ ਵੱਲੋਂ ਇੱਕ ਗੱਲ ਤਾਂ ਰੱਖੀ ਗਈ ਹੈ। ਕਿਵੇਂ ਲੱਗਦਾ ਹੈ ਕਿ ਮਾਨ ਸਰਕਾਰ ਵੱਲੋਂ ਜੋ 1200 ਕਰੋੜ ਦਾ ਚੂਨਾ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕੋਈ ਬਲੂਪ੍ਰਿੰਟ ਕਾਮਯਾਬ ਹੋਣਗੇ? ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ 1200 ਕਰੋੜ ਦੀ ਬਿਜਲੀ ਜਿਹੜੀ ਹੈ ਪੰਜਾਬੀ ਜਿਹੜੇ ਚੋਰੀ ਕਰਦੇ ਨੇ। ਪਹਿਲਾਂ ਤਾਂ ਇਹਦੇ ਉੱਤੇ ਸ਼ਰਮ ਆਉਣੀ ਚਾਹੀਦੀ ਹੈ। ਦੇਖੋ, ਕੋਈ ਵੀ ਰਿਸੋਰਸ ਗਵਰਨਮੈਂਟ ਦਾ ਕਿੰਨਾ ਵੱਡਾ ਵੀ ਰਿਸੋਰਸ ਹੋਏ, ਉਹ ਕਦੇ ਵੀ ਪੂਰਾ ਨਹੀਂ ਪੈ ਸਕਦਾ ਜੇ ਉਹਨੂੰ ਪ੍ਰੂਡੈਂਟਲੀ ਤੇ ਰਿਸਪੌਂਸਿਬਿਲਿਟੀ ਦੇ ਨਾਲ ਇਸਤੇਮਾਲ ਨਾ ਕੀਤਾ ਜਾਏ। ਹੁਣ ਜਦੋਂ ਇਨਸਾਨ ਜਿਹੜਾ ਕਿਸੇ ਵੀ ਰਿਸੋਰਸ ਨੂੰ ਇਸਤੇਮਾਲ ਕਰਦਾ, ਉਹਦੀ ਨੀਅਤ ਹੀ ਮਾੜੀ ਹੈ, ਉਹਦੀ ਜ਼ਮੀਰ ਹੀ ਮਰ ਗਈ ਹੈ, ਤੇ ਉਹਨੂੰ ਠੀਕ ਕਰਨ ਵਾਸਤੇ ਲੱਗਣਗੇ ਸਾਲੋਂ ਸਾਲ। ਇੱਕ ਮੈਂ ਮੈਨੇਜਮੈਂਟ ਦਾ ਆਦਮੀ ਆ, ਮੇਰੀ ਕਈ ਬੁੱਕਸ ਨੇ ਇਹਦੇ ਉੱਤੇ। ਇੱਕ ਕਹਾਵਤ ਹੈ ਮੈਨੇਜਮੈਂਟ ਦੇ ਵਿੱਚ, ਟ੍ਰੈਜਡੀ ਆਫ ਕਾਮਨ ਗੁੱਡ। ਇਹ ਆਮ ਆਦਮੀ ਦਾ ਭਲਾ ਕਰਨ ਦੇ ਵਾਸਤੇ ਟ੍ਰੈਜਡੀ ਇਹ ਹੈ ਕਿ ਕੁਝ ਬੰਦੇ ਜਿਹੜੇ ਨਾ ਉਸ ਰਿਸੋਰਸ ਨੂੰ ਮਿਸਯੂਜ਼ ਕਰਦੇ ਨੇ, ਉਹਦਾ ਅਸਰ ਸਾਰਿਆਂ ਤੇ ਪੈਂਦਾ ਹੈ। ਹੁਣ ਮੈਂ ਨਹੀਂ ਕਹਿ ਰਿਹਾ ਕਿ ਪੂਰੇ ਦੇ ਪੂਰੇ 3 ਕਰੋੜ ਜਿਹੜੇ ਪੰਜਾਬੀ ਨੇ ਉਹ ਬਿਜਲੀ ਚੋਰੀ ਕਰਦੇ ਨੇ, ਪਰ ਜਿਹੜੇ ਵੀ ਕਰਦੇ ਨੇ ਉਹ ਸਾਰਿਆਂ ਵਾਸਤੇ ਇਹ ਤੁਹਾਨੂੰ ਬਿਜਲੀ ਮਿਲਦੀ ਨਹੀਂ, ਕਿਉਂ ਗਵਰਨਮੈਂਟ ਕੱਟ ਲਾਂਦੀ ਹੈ। ਸੋ ਇਹ ਜਿਹੜੇ ਇਹਨੂੰ ਕਿਸੇ ਤਰੀਕੇ ਨਾਲ ਰੁਕਣਾ, ਪਹਿਲਾਂ ਤਾਂ ਮੈਂ ਸਮਝਦਾ ਰਿਸਪੌਂਸਿਬਿਲਿਟੀ ਹਰ ਇੱਕ ਨੂੰ ਇੱਕ ਕਿਸਮ ਦਾ ਫਖਰ ਹੋਏ ਕਿ ਮੈਂ ਪੰਜਾਬੀ ਹਾਂ, ਮੈਂ ਬਿਜਲੀ ਚੋਰੀ ਨਹੀਂ ਕਰਦਾ। ਇਹ ਇੱਕ ਕਿਸਮ ਦਾ ਤੁਸੀਂ ਇਹਨਾਂ ਲੋਕਾਂ ਨੂੰ ਉਤਸ਼ਾਹ ਸਕੂਲਾਂ 'ਚ, ਕਾਲਜਾਂ 'ਚ, ਯੂਥ
ਉਹਨਾਂ ਨੂੰ ਜਾ ਕੇ ਸਮਝਾਉਣ ਕਿ ਵੀ ਇਹ ਕੀ ਕਰ ਰਹੇ ਹੋ। ਬੜੀ ਸ਼ਰਮ ਦੀ ਗੱਲ ਹੈ ਜੇ ਤੁਸੀਂ ਬਿਜਲੀ ਚੋਰੀ ਕਰਕੇ ਫਿਰ ਤੁਸੀਂ ਗਵਰਨਮੈਂਟ ਤੋਂ ਐਕਸਪੈਕਟ ਕਰੋ ਵੀ ਗਵਰਨਮੈਂਟ ਸਾਨੂੰ ਆਹ ਵੀ ਦੇ ਦੇ, ਸਾਨੂੰ ਉਹ ਵੀ ਦੇ ਦਿਓ। ਜੋ ਗਵਰਨਮੈਂਟ ਨੇ ਦੇਣਾ ਉਹ ਤੇ ਤੁਸੀਂ ਚੋਰੀ ਕਰਕੇ ਲੈ ਜਾ ਰਹੇ ਹੋ। ਤੇ ਮੇਰਾ ਖਿਆਲ ਹੈ ਇਹ ਬੜੀ ਸ਼ਰਮ ਦੀ ਗੱਲ ਹੈ। ਹਰ ਪੰਜਾਬੀ ਨੂੰ ਇਸ ਗੱਲ ਨੂੰ ਸੋਚਣਾ ਚਾਹੀਦਾ ਸੀਰੀਅਸਲੀ, ਔਰ ਗਵਰਨਮੈਂਟ ਨੂੰ ਬੜੀ ਸਖਤੀ ਦੇ ਨਾਲ ਇਸ ਚੀਜ਼ ਨੂੰ ਨਵੇਂ ਮੀਟਰ ਲਗਾ ਕੇ ਹਰ ਜਗ੍ਹਾ ਦੇ ਉੱਤੇ ਜਿੱਥੇ ਜਿੱਥੇ ਲੋੜ ਹੈ। ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹਾਂਗਾ ਉਹ ਹੈ ਸੋਲਰ એનર્ਜੀ ਨੂੰ ਪੰਜਾਬ ਦੇ ਵਿੱਚ ਮਿਹਰਬਾਨੀ ਕਰਕੇ ਇੱਕ ਬਹੁਤ ਵੱਡਾ ਮਿਸ਼ਨ ਬਣਾ ਕੇ, ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਮੋਦੀ ਜੀ ਕਰ ਰਹੇ ਨੇ। ਮੇਰਾ ਖਿਆਲ ਹੈ ਇੱਕ ਪੰਜਾਬ ਦੇ ਵਿੱਚ 8-9 ਮਹੀਨੇ ਜਿੱਥੇ ਤੁਹਾਨੂੰ ਬਲਦਾ ਹੋਇਆ ਸੂਰਜ ਮਿਲਦਾ ਹੈ, ਉੱਥੇ ਤੁਸੀਂ ਪਾਵਰ ਦੀ ਸ਼ਾਰਟੇਜ ਰਹਿ ਜੇ, ਇਹ ਬੜੀ ਮਾੜੀ ਗੱਲ ਹੈ। ਕਿਸੇ ਬਾਹਰ ਦੇ ਦੇਸ਼ ਦੇ ਨਾਲ ਕੰਟੈਕਟ ਕਰੋ, ਉਹਨਾਂ ਦੇ ਨਾਲ ਟਾਈ ਅਪ ਕਰਕੇ ਪੈਸੇ ਲਿਆਓ, ਉਹਨਾਂ ਦੇ ਲਾ ਕੇ ਇੱਥੇ ਪੰਜਾਬ ਨੂੰ ਬਿਜਲੀ ਦੇ ਵਿੱਚ ਬਿਲਕੁਲ ਇੰਡੀਪੈਂਡੈਂਟ। ਮੈਨੂੰ ਕੋਈ ਸ਼ੱਕ ਨਹੀਂ ਕਿ ਜੇ ਇੱਕ ਅੱਛਾ ਮੈਨੇਜਮੈਂਟ ਦਾ ਐਕਸਪਰਟ ਆਦਮੀ ਲਗਾਤਾ ਜਾਏ, 2 ਸਾਲਾਂ ਦੇ ਵਿੱਚ ਪੰਜਾਬ ਦਾ ਬਿਜਲੀ ਦਾ ਸੰਕਟ ਬਿਲਕੁਲ ਦੂਰ ਕੀਤਾ ਜਾ ਸਕਦਾ, 2 ਸਾਲ ਦੇ ਵਿੱਚ। ਪਰ ਉਹਦੇ ਵਾਸਤੇ ਮੇਰਾ ਖਿਆਲ ਹੈ ਇਸ ਗਵਰਨਮੈਂਟ ਦੀ ਨੀਅਤ ਠੀਕ ਹੈ, ਇੰਟੈਂਸ਼ਨਸ ਹੈ ਨੇ, ਇਹ ਕਰਨਾ ਚਾਹੁੰਦੇ ਨੇ, ਐਂਡ ਆਈ ਐਮ ਵੈਰੀ ਹੋਪਫੁਲ ਕਿ ਇਹ ਹੋਏਗਾ ਵੀ। ਟਾਈਮ ਦੇਣਾ ਪਏਗਾ, ਇਹਦੇ ਉੱਤੇ ਹੋ ਸਕਦਾ ਹੈ। ਸੋ ਸਾਰੇ ਪੈਨਲਿਸਟ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਹਰ ਰੋਜ਼ ਦੀ ਤਰ੍ਹਾਂ ਤੁਸੀਂ ਇਸ ਵਾਰ ਫਿਰ ਤੋਂ ਜੁੜੇ ਹੋ ਤੇ ਇਸ ਵਾਰ ਜੋ ਮੁੱਦਾ ਸੀ ਬਿਜਲੀ ਮੁੱਦਾ ਤੇ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਗਰਮਾਇਆ ਹੋਇਆ ਮੁੱਦਾ ਹੈ। ਹੁਣ ਵੇਖਣਾ ਹੋਵੇਗਾ ਕਿ ਮਾਨ ਸਰਕਾਰ ਵੱਲੋਂ ਇਸ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਐਕਸ਼ਨ ਲਿਆ ਜਾਂਦਾ ਜਾਂ ਪਿਛਲੀ ਸਰਕਾਰਾਂ ਦੀ ਤਰ੍ਹਾਂ ਹੀ ਇੱਕ ਸਿਆਸੀ ਰਣਨੀਤੀ ਦੇ ਤਹਿਤ ਸਿਆਸੀ ਪੱਲਾ ਪਾੜ ਲਿਆ ਜਾਂਦਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਪਸ਼ਟ ਹੋ ਜਾਏਗਾ। ਸਹਿਮਤ ਹੋਣਗੀਆਂ ਬਾਕੀ ਸਾਰੀ ਪਾਰਟੀਆਂ, ਧਿਰਾਂ ਵੀ ਸਹਿਮਤ ਨੇ ਕਿ ਜੋ ਮਾਨ ਸਰਕਾਰ ਵੱਲੋਂ ਇਹ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਹੋਣੀ ਚਾਹੀਦੀ ਹੈ। ਕਿਤੇ ਨਾ ਕਿਤੇ ਪਿਛਲੀ ਸਰਕਾਰਾਂ ਦੇ ਵਿੱਚ ਜ਼ਰੂਰ ਕਮੀਆਂ ਰਹੀਆਂ ਨੇ, ਜਾਂ ਉਸ ਸਮੇਂ ਕੋਈ ਸਿਆਸੀ ਦਬਾਅ ਸੀ ਜਾਂ ਰਸੂਖਵਾਨਾਂ ਦਾ ਦਬਾਅ ਸੀ, ਕੋਈ ਨਾ ਕੋਈ ਤਾਂ ਸਵਾਲ ਹੈ ਜੋ ਲੁਕਿਆ ਹੋਇਆ ਹੈ, ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਵੀ ਹੋਵੇਗਾ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਵੱਲੋਂ ਪੰਜਾਬ ਪ੍ਰਤੀ ਕਿੰਨੀ ਕੁ ਸੁਹਿਰਦਤਾ ਦਿਖਾਈ ਜਾਂਦੀ ਹੈ, ਜਾਂ ਸਿਰਫ ਸਿਆਸੀ ਬਿਆਨਬਾਜ਼ੀ ਤੇ ਫੋਕੇ ਵਾਅਦੇ ਤੇ ਦਾਅਵੇ ਜੋ 2022 ਦੀਆਂ ਚੋਣਾਂ ਦੇ ਵਿੱਚ ਕਹਿੰਦੇ ਨੇ ਕੀਤੇ ਗਏ ਨੇ, ਵਿਰੋਧੀਆਂ ਵੱਲੋਂ ਇਲਜ਼ਾਮ ਨੇ, ਉਹ ਪੂਰੇ ਹੁੰਦੇ ਨੇ ਜਾਂ ਬਿਲਕੁਲ ਉਲੀਕੇ ਜਾਂਦੇ ਨੇ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਸੇਵਾਵਾਂ ਦੇਵਾਂਗੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਪਸ਼ਟ ਹੋ ਜਾਵੇਗਾ। ਤਦ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।